सतनाम वाहिगुरु साहिब जियो। माज महला तीजा मनमुख पढ़ें पंडित कहावहें, दूजै भाए महा दुख पावहें। मनमुख पढ़ें पंडित कहावहें, दूजै भाए महा दुख पावहें। बिख्या माते किछ सूझै नाहीं, फिर जूनी आवणिया। हऊँ वारी ज्यों वारी, हऊँ मैं मार मिलावणिया। गुर सेवा ते हर मन वसिया, हर रस सहज पियावणिया। रहा वेद पढ़ें हर रस नहीं आया, वाद वखाणे मोहे माया। अज्ञान मति सदा अंधियारा, गुरमुख बूझ हर गावणिया। अकथो कथियै शब्द सुहावै, गुरमती मन सचो पहावै। सचो सच रवैं दिन राती, एह मन सच रंगावणिया। जो सच रते तिन सचो पहावै, आपे दे न पछोतावै। गुर कै शब्द सदा सच जाता, मिल सच्चे सुख पावणिया। कूड़ कुसत तिना मैल न लागै, गुर प्रसादी अन दिन जागै। निर्मल नाम वसै कट भीतर, ज्योति ज्योत मिलावणिया। त्रै गुण पढ़ें हर तत न जानें, मूलो भूले गुर शब्द न पछाणें। मोह व्यापे किछ सूझै नाहीं, गुर शब्दी हर पावणिया। वेद पुकारै त्रिविध माया, मनमुख ना बूझें दूजै पाया। त्रै गुण पढ़ें हर एक न जानें, बिन बूझे दुख पावणिया। जां तिस भावै तां आप मिलाए, गुर शब्दी सहसा दुख चुकाए। नानक नावें की सच्ची वडियाई, नामो मन सुख पावणिया। नानक नावें की सच्ची वडियाई, नामो मन सुख पावणिया। वाहिगुरु जी का खालसा, वाहिगुरु जी की फतेह। जुगो जुग अटल तन तन गुरु ग्रंथ साहिब जी। गुरु पातशाह जी की अपर अपार अजमत बख्शिश, टल दी शाम संगत दा समा असीं माण रहे हैं। आप गुरु दरबार हाजिर होए हो, सत्संगी बने हो, वड भागता है। गुरबाणी की लड़ीवार व्याख्या विच मांझ राग चल रहा है। गुरु अमरदास पातशाह द्वारा उच्चारण किए गए अष्टपदे असी मुसलसल कंटीनम दे विच विचार रहे हैं। ये बचन आप जी ने संपूर्ण रूप विच अज सरवण किया है। इहदी विचार का आगाज़ भी अज ही करांगे। हमेशा की तरह रहाओ दे पदे नूं असीं पहला विस्तार नाल वेखदे हां। साहिब जिक्र करदे, हऊँ वारी ज्यों वारी, हऊ मैं मार मिलावणिया। गुर सेवा ते हर मन वसिया, हर रस सहज पियावणिया। रहाओ गुरबाणी दे विच रैपीटिशन हैगी है, जिन्हों अज दे लिटरेचर असीं ड्रिलिंग कहने आ। मतलब बीते कल भी थोड़ी जी बात हो रही सीगी कि जिहड़ा सिमरन आ, ये वार वार चीज़ां नूं दोहराउण नाल आउंदा आ। तो गुरबाणी दे विच दोहराओ है। दोहराओ इस करके है कि
ਜਿਹੜੀ ਬੜੀ ਇੱਕ ਅਛੋਪਲੀ ਜੀ ਮਤਲਬ ਨਾ ਦਿਸਦੀ ਹੋਈ ਦੁਨੀਆ ਜਿਹੜੀ ਅਸੀਂ ਜੀਣੀ ਹੈ ਉਸ ਨੂੰ ਅਸੀਂ ਅਡਾਪਟ ਕਰ ਸਕੀਏ, ਐਕਸੈਪਟ ਕਰ ਸਕੀਏ। ਜਿਵੇਂ ਸਾਹਿਬ ਨੇ ਕਿਹਾ, ਹਉ ਵਾਰੀ ਜਿਉ ਵਾਰੀ ਮੈਂ ਵਾਰਨੇ ਜਾਣਾ ਕੁਰਬਾਨ ਜਾਣਾ ਕਿੰਨਾ ਤੋਂ ਜੀ, ਹਉਮੈ ਮਾਰ ਮਿਲਾਵਣਿਆ। ਹਉਮੈ ਜਿਹੜੀ ਹੈ ਇਹ ਸਾਡੀ ਹੋਂਦ ਦਾ ਦੂਸਰਾ ਨਾਂ ਅਸੀਂ ਮੰਨ ਲੈਂਦੇ ਹਾਂ। ਮਤਲਬ ਮੈਂ, ਮੀ ਐਂਡ ਮਾਈ ਸੈਲਫ, ਯੂ ਕੈਨ ਸੇ ਲਾਈਕ ਦੈਟ। ਇਹਦਾ ਬਹੁਤ ਸਿੱਧਾ ਜਿਹਾ ਵਰਜਨ ਜੇ ਅਸੀਂ ਸੰਸਾਰ ਵਿੱਚ ਦੇਖੀਏ ਤੇ ਆਮ ਝਗੜੇ 'ਚ ਅਸੀਂ ਜਦੋਂ ਕਹਿੰਦੇ ਹਾਂ ਬਸ ਮੈਂ ਕਹਿਤਾ ਤੇ ਬਸ ਇਸ ਰੂਪ ਦੇ ਵਿੱਚ। ਜੇ ਇਸ ਨੂੰ ਬਹੁਤ ਡਿਟੇਲ ਵਿੱਚ ਲੈ ਜਾਈਏ ਤੇ ਉਹ ਹਰ ਛੋਟੇ ਤੋਂ ਛੋਟਾ ਅਮਲ, ਖਾਸ ਕਰਕੇ ਧਾਰਮਿਕ ਪ੍ਰਵਿਰਤੀ ਦੇ ਵਿੱਚ, ਜਿਹਦੇ ਵਿੱਚ ਬੰਦੇ ਨੂੰ ਆਪਣੀ ਹੋਂਦ ਦਾ ਅਹਿਸਾਸ ਜਿਹੜਾ ਹੈਗਾ ਉਹ ਵੱਡੇ ਹੋਣ ਵਿੱਚ ਦਿਸੇ। ਕੋਈ ਵੀ ਧਰਮ ਕਰਮ ਕਿਸੇ ਕਿਸਮ ਦਾ ਵੀ ਉਹ ਦੂਜੇ ਨਾਲੋਂ ਆਪਣੇ ਆਪ ਨੂੰ ਐਕਸਕਲੂਡ ਕਰਕੇ ਉੱਤੇ ਰੂਪ ਵਿੱਚ ਵੇਖਣ ਦੇ ਚੱਕਰ ਦੇ ਵਿੱਚ, ਜਿਹਦੇ 'ਚ ਇਹਦੇ 'ਚ ਵੈਦਿਕ ਪ੍ਰਪਾਟੀ ਦੀ ਗੱਲ ਆਏਗੀ, ਬ੍ਰਾਹਮਣੀ ਸੋਚ ਦੀ ਬਾਤ ਆਏਗੀ, ਉਹ ਸਾਰੀ ਬਾਤ ਆਉਂਦੀ ਹੈ। ਗੁਰੂ ਮਹਾਰਾਜ ਇਹਨਾਂ ਸਾਰਿਆਂ ਦੇ ਉੱਤੇ ਬੜੀ ਡਿਟੇਲ 'ਚ ਬਾਤ ਕਰਦੇ, ਪਰ ਗੱਲ ਇਹ ਹੈ ਹਉਮੈ ਮਾਰ, ਇਸ ਚੀਜ਼ ਨੂੰ ਬਿਲਕੁਲ ਜਿਵੇਂ ਬਾਬਾ ਕਬੀਰ ਜੀ ਕਹਿੰਦੇ ਕਿ ਕਬੀਰ ਸੋਈ ਮਾਰੀ ਹੈ, ਉਸ ਚੀਜ਼ ਨੂੰ ਮਾਰੋ ਜਿਸ ਮਾਰੇ ਆਨੰਦ ਹੋਏ, ਜਿਹਨੂੰ ਮਾਰਨ ਨਾਲ ਖੁਸ਼ੀ ਹੁੰਦੀ ਹੈ, ਆਨੰਦ ਹੁੰਦਾ ਹੈ, ਚਾਅ ਚੜ੍ਹਦਾ ਹੈ। ਕਿਆ ਮਾਰਨ ਨਾਲ ਵੀ ਕਿਸੇ ਚੀਜ਼ ਨੂੰ ਖੁਸ਼ੀ ਮਿਲਦੀ ਹੈ? ਹਾਂ ਭਾਈ, ਜੇ ਬੰਦਾ ਇਸ ਅਲਾਮਤ ਨੂੰ, ਇਸ ਚੀਜ਼ ਨੂੰ ਖਤਮ ਕਰ ਲਵੇ ਤੇ ਜਿਵੇਂ ਸਪੋਜ਼ ਇਹਨੂੰ ਹੋਰ ਸਿੰਪਲ ਭਾਸ਼ਾ 'ਚ ਕਰ ਲਈਏ, ਅਸੀਂ ਕਹੀਏ ਕਿ ਕਿਸੇ ਚੀਜ਼ ਦੇ ਮੁੱਕ ਜਾਣ ਦੇ ਨਾਲ ਖੁਸ਼ੀ ਮਿਲੇਗੀ। ਜੇ ਧਰਤੀ ਦੇ ਉੱਤੇ ਅੱਜ ਸਪੋਜ਼ ਆਪਾਂ ਦੇਖਦੇ ਹਾਂ ਪਾਣੀ ਮੁੱਕ ਚੱਲਾ, ਜਸਟ ਐਗਜ਼ਾਮਪਲ ਦੇ ਤੌਰ ਤੇ, ਖੁਸ਼ੀ ਮਿਲੇਗੀ ਸਾਨੂੰ? ਬਿਲਕੁਲ ਨਹੀਂ। ਅਸੀਂ ਤਾਂ ਬਲਕਿ ਪਹਿਲਾਂ ਹੀ ਸੋਚ ਰਹੇ ਹਾਂ ਕਿ ਪਾਣੀ ਦੀ ਕਮੀ ਪੈ ਰਹੀ ਹੈ, ਜੰਗਲਾਂ ਦੀ ਕਮੀ ਪੈ ਰਹੀ ਹੈ। ਪਰ ਧਰਤੀ ਦੇ ਉੱਤੋਂ ਪੋਲਿਊਸ਼ਨ ਮੁੱਕ ਜੇ, ਵਾਟਸ ਗੋਨਾ ਬੀ ਐਕਚੁਅਲੀ, ਵੀ ਗੋਨਾ ਬੀ ਵੈਰੀ ਹੈਪੀ, ਅਸੀਂ ਬੜੇ ਖੁਸ਼ ਹੋਵਾਂਗੇ। ਹਾਂ ਭਾਈ, ਪੋਲਿਊਸ਼ਨ ਮੁੱਕ ਚੱਲਾ। ਧਰਤੀ ਦੇ ਉੱਤੋਂ ਅਸੀਂ ਕਹੀਏ ਚੰਗਿਆਈਆਂ ਮੁੱਕ ਜਾਣ, ਅਸੀਂ ਖੁਸ਼ ਹੋਵਾਂਗੇ? ਨੋ ਭਾਈ, ਅਸੀਂ ਕਹਾਂਗੇ ਨਾ ਨਾ ਨਾ। ਧਰਤੀ ਦੇ ਉੱਤੋਂ ਬੁਰਾਈਆਂ ਮੁੱਕ ਜਾਣ, ਅਸੀਂ ਕਹਾਂਗੇ ਹਾਂ ਇਹ ਠੀਕ ਹੈ ਸਰੂਪ ਦੇ ਵਿੱਚ। ਉਸ ਨੂੰ ਮਾਰੋ ਜਿਸ ਨੂੰ ਮਾਰਨ ਦੇ ਨਾਲ ਖੁਸ਼ੀ ਹੋਏ। ਹਉਮੈ, ਹੋਂਦ ਵਿੱਚੋਂ ਉਹ ਰੂਪ ਜਿਹੜਾ ਬੰਦੇ ਦੀ ਮੈਂ ਮੇਰੀ ਨੂੰ ਵਧਾਉਂਦਾ ਹੈ, ਇਜ਼ਾਫਾ ਕਰਦਾ ਹੈ। ਹੁਣ ਆਪਾਂ ਬਾਣੀ ਸਾਰੀ ਪੜ੍ਹੀਏ, ਬਾਣੀ ਸਾਰੀ ਦੇ ਵਿੱਚ ਇਨਲਾਈਟਡ ਲੋਕ ਨੇ ਜਿਨ੍ਹਾਂ ਨੇ ਅਧਿਆਤਮੀ ਤਲ ਦੇ ਉੱਤੇ ਇੱਕ ਹਾਇਰ ਅਥਾਰਟੀ ਨਾਲ ਆਪਣੀ ਇੰਗੇਜਮੈਂਟ ਬਣਾਈ। ਸਾਰੀ ਬਾਣੀ ਦੇ ਵਿੱਚ ਉਹਨਾਂ ਦਾ ਰੂਪ ਨਹੀਂ ਤੁਹਾਨੂੰ ਮਿਲੇਗਾ। ਮਤਲਬ ਦੇ ਆਰ ਨੋਟ ਹੇਅਰ to show us that I am grateful and let's actually worship, ਮੈਨੂੰ ਮੇਰੀ ਵਰਸ਼ਿਪ ਕਰੋ। ਅਸੀਂ ਬਾਬਾ ਨਾਨਕ ਜੀ ਬਾਰੇ ਪੜ੍ਹਦੇ ਹਾਂ, ਬਾਬਾ ਨਾਨਕ ਜੀ ਤੋਂ ਵੱਡੀ ਹਸਤੀ ਕਿਹੜੀ ਹੋਏਗੀ। ਤੇ ਜਦੋਂ ਆਪਾਂ ਜਪਜੀ ਸਾਹਿਬ ਹੀ ਪੜ੍ਹੀਏ, ਨੀਚ ਦੀਆਂ ਪੌੜੀਆਂ ਪੜ੍ਹੀਏ, ਮੈਂ ਕਈ ਵਾਰੀ ਬਹੁਤ ਸਿੰਪਲ ਤੌਰ ਤੇ ਬਿਆਨ ਕਰਦਾ ਕਿ ਬਾਬਾ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਮਹਾਰਾਜ ਬਿਆਨ ਕਰਦੇ ਕਿ ਇਸ ਧਰਤੀ ਦੇ ਉੱਤੇ ਅਸੰਖ ਲੋਕ ਨੇ ਜਿਹੜੇ ਪਹਿਲਾਂ ਚੰਗੇ ਨੇ, ਫਿਰ ਮਾੜਿਆਂ ਦੀ ਗੱਲ ਕੀਤੀ। ਬਾਬਾ ਜਦੋਂ ਆਪਣੀ ਗੱਲ ਵਿੱਚ ਪਾ ਕੇ ਕਰਦੇ, ਨਾਨਕ ਨੀਚ ਕਹੇ ਵਿਚਾਰ, ਕਮਾਲ ਹੋ ਗਈ। ਮਤਲਬ ਆਪਣੀ ਹੋਂਦ ਨੂੰ ਜਤਾਇਆ ਹੀ ਨਹੀਂ, ਆਪਣੀ ਹੋਂਦ ਨੂੰ ਵਿਖਾਇਆ ਹੀ ਨਹੀਂ ਕਿਤੇ, ਬਲਕਿ ਇਹ ਕਿਹਾ ਕਿ ਮੁਝ ਤੋਂ ਵੱਡਾ ਅਦਨਾ ਮਨੁੱਖ ਹੀ ਕੋਈ ਨਹੀਂ। ਇਹ ਰੂਪ ਆਈਡੀਅਲ ਬਣਾਇਆ ਬੰਦੇ ਵਾਸਤੇ। ਬੰਦੇ ਤੂੰ ਗੁਣਾਂ ਦਾ ਗੁੱਥਲ ਬਣ, ਤੂੰ ਸਿਆਣਾ ਬਣ, ਸੂਹਜ ਦਾ ਮਾਲਕ ਹੋ, ਪਰ ਇਸ ਕਮੀ ਤੋਂ ਆਪਣੇ ਆਪ ਨੂੰ ਦੂਰ ਰੱਖਣਾ, ਇਹ ਪਰਹੇਜ਼ਗਾਰ ਹੋਣਾ ਇਸ ਲੈਵਲ ਤੇ। ਇਹ ਮਨੁੱਖ ਲਈ ਬੜਾ ਆਈਡੀਅਲ ਆ। ਜੇ ਆਪਾਂ ਇਹਨੂੰ ਹੋਰ ਸਿੰਪਲ ਕਰ ਦਈਏ ਤੇ ਸਿੰਪਲ ਲੈਵਲ ਤੇ ਇਹ ਹੈ ਕਿ ਕਿਉਂਕਿ ਜਿਸ ਦੁਨੀਆ 'ਚ ਅਸੀਂ ਜੀ ਰਹੇ ਹਾਂ, ਅਸੀਂ ਇਸੇ ਦੁਨੀਆ ਨੂੰ ਵੇਖਾਂਗੇ। ਇਸ ਦੁਨੀਆ 'ਚ ਸਾਨੂੰ ਅੱਜ ਕੱਲ੍ਹ ਪੋਲੀਟੀਕਲ ਪ੍ਰੋਬਲਮਸ ਦਿਸਦੀਆਂ ਦੁਨੀਆ ਭਰ ਦੇ ਵਿੱਚ। ਮਿਡਲ ਈਸਟ ਦਾ ਤੁਹਾਡੇ ਸਾਹਮਣੇ ਹਾਲ ਵੇਖ ਲਵੋ। ਅਲਟੀਮੇਟਲੀ ਜਿਸ ਪਾਸੇ ਮਿਡਲ ਈਸਟ ਗਿਆ, ਆਲਮੋਸਟ ਸਾਊਥ ਏਸ਼ੀਆ ਵੀ ਉਸੇ ਪਾਸੇ ਕੁਝ ਪਹੁੰਚ ਗਿਆ, ਕੁਝ ਪਹੁੰਚ ਰਿਹਾ। ਹੋਰ ਆਲੇ ਦੁਆਲੇ ਦੇਖੀਏ, ਜੇ ਸਾਰੇ ਦਾ ਲੱਭੋ ਲਬਾਬ ਇੱਕ ਐਂਥਰੋਪੋਲੋਜਿਸਟ ਦੀ ਸਾਈਡ ਤੋਂ ਕੱਢਿਆ ਜਾਏ, ਕਿਉਂਕਿ ਕੋਈ ਬਹੁਤ ਸਿਆਣਾ ਜਿਹੜਾ ਹਿਊਮਨ ਸਿਵਲਾਈਜੇਸ਼ਨ ਦੀ ਸਟੱਡੀ ਕਰੇ ਤੇ ਉਹਨੂੰ ਪੁੱਛੋ ਤੁਸੀਂ ਇਹ ਕੀ ਹੈ, ਤੇ ਉਹ ਕਹੇਗਾ ਡੈਫੀਨਿਟਲੀ ਵੈਰੀ ਫਸਟ ਥਿੰਗ ਇਜ਼ ਈਗੋਟਿਸਟ ਐਟੀਟਿਊਡ ਟੂਵਰਡ ਲੀਡਰਸ, ਟੂਵਰਡ ਬਿਊਰੋਕਰੇਟਸ ਐਂਡ ਟੂਵਰਡ ਕਮਿਊਨਿਟੀ ਲੀਡਰਸ। ਹੁਣ ਜਿਹੜੀ ਇਹ ਅਲਾਮਤ ਆ, ਮਤਲਬ ਕਿ ਬੰਦੇ ਦੀ ਆਪਣੀ ਜਿਹੜੀ ਹਉਂ ਆ
ਉਹ ਇੰਨੀ ਵੱਡੀ ਹੋ ਗਈ ਕਿ ਉਸ ਵੱਡੀ ਹੌਂ ਦੇ ਸਾਹਮਣੇ ਵੀ ਲੋਕ ਜੇ ਪਿਸ ਵੀ ਜਾਣ, ਮਰ ਵੀ ਜਾਣ, ਤਬਾਹ ਵੀ ਹੋ ਜਾਣ, ਹੂ ਕੇਅਰ। ਹੁਣ ਆਹ ਰੂਪ ਜਿਹੜਾ ਆ ਇਹ ਸਿੱਧੇ ਤੌਰ ਤੇ ਬਿਮਾਰੀ ਹੈ। ਹੁਣ ਆਪਾਂ ਇਸੇ ਚੀਜ਼ ਨੂੰ ਬਿਲਕੁਲ ਸਿੰਪਲ ਲੋਅਰ ਲੈਵਲ ਤੇ ਲੈ ਆਈਏ। ਇੱਕ ਪਰਿਵਾਰਕ ਇਕਾਈ ਦੇ ਵਿੱਚ, ਪਰਿਵਾਰਕ ਇਕਾਈ ਦੇ ਅੰਦਰ ਸਾਡਾ ਫੋਕਸ ਕਿਸ ਚੀਜ਼ ਤੇ ਹੋਣਾ ਚਾਹੀਦਾ? ਸਾਡਾ ਫੋਕਸ ਹੋਣਾ ਚਾਹੀਦਾ ਹੈ ਪੂਰੀ ਫੈਮਿਲੀ ਦੀ ਵੈਲਬੀਇੰਗ ਦੇ ਵਿੱਚ। ਵੈਲਬੀਇੰਗ ਦੇ ਵਿੱਚ ਸਾਡੀ ਸਾਰਿਆਂ ਦੀ ਵੈਲਬੀਇੰਗ ਹੈ, ਬੱਚਿਆਂ ਦੀ ਵੀ ਹੈ, ਦੋਨਾਂ ਹਸਬੈਂਡ ਵਾਈਫ ਦੀ ਹੈ, ਜੇ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਦੀ ਵੀ ਹੈ। ਪਰ ਆਪਾਂ ਪਰਿਵਾਰਾਂ ਵਿੱਚ ਦੇਖਦੇ ਹਾਂ ਕਈ ਵਾਰ ਛੋਟੀਆਂ ਛੋਟੀਆਂ ਗੱਲਾਂ ਤੋਂ ਹੀ ਝਗੜੇ ਪਏ ਰਹਿੰਦੇ ਨੇ। ਜਦ ਦੇਖੋਗੇ ਤੇ ਹੈ ਕੀ ਹੈ? ਹਉਮੈ ਦੀ ਲੜਾਈ ਹੈ। ਕਿਉਂ? ਕਿਉਂਕਿ ਮੈਂ ਕਿਹਾ ਆ, ਸਪੋਜ਼ ਨੂੰ ਹੋਰ ਸਰਲ ਕਰਕੇ ਬਿਆਨ ਕੀਤਾ ਜਾਏ। I'm also actually dealing with parenting, actually you can say some sort of day by day ਜਿਹੜੇ ਇਸ਼ੂਜ਼ ਅਕਰ ਹੁੰਦੇ, ਇਸ ਤਰੀਕੇ ਨਾਲ ਹੁੰਦੀਆਂ ਚੀਜ਼ਾਂ। ਹੁਣ ਆਪ ਅਹਿਸਾਸ ਕਰੋ ਕਿ ਬੱਚਾ ਇੰਨੀ ਗੱਲ ਹੀ ਕਹਿ ਦੇ ਕਿ ਯੂ ਆਰ ਦਾ ਵਰਸਟ ਪੇਰੈਂਟ ਇਨ ਦਾ ਹੋਲ ਵਰਲਡ। ਆਮ ਕਰਕੇ ਕੈਨੇਡੀਅਨ ਕਲਚਰ 'ਚ ਬੱਚੇ ਕਹਿ ਦਿੰਦੇ ਜੋ ਤੁਸੀਂ ਉਹਨੂੰ ਡਿਸਿਪਲਿਨ ਕਰਨ ਦੀ ਟਰਾਈ ਕਰਦੇ, ਤੁਸੀਂ ਇਹਨੂੰ ਲਿਟਰਲੀ ਲੈ ਲਓ। ਅੱਛਾ ਤੂੰ ਨਾ ਇੱਕ ਕੰਮ ਕਰ, ਤੂੰ ਪਹਿਲਾਂ ਚੰਗੇ ਪੇਰੈਂਟ ਹੀ ਲੱਭ, ਚੱਲ ਕੇ ਬਾਹਰ ਨਿਕਲ। ਹਉਮੈ, ਇਹਦਾ ਰੂਟ ਲੱਭਣ ਦੀ ਬਜਾਏ ਕਿ ਬੱਚਾ ਕਿਉਂ ਕਹਿ ਰਿਹਾ, ਬੱਚਾ ਇਸ ਕਰਕੇ ਕਹਿ ਰਿਹਾ ਕਿਉਂਕਿ ਉਹਨੂੰ ਮੇਰਾ ਡਿਸਿਪਲਿਨ ਚੰਗਾ ਨਹੀਂ ਲੱਗਾ। ਸੋ ਠੀਕ ਹੈ ਭਾਈ, ਚੰਗਾ ਨਹੀਂ ਲੱਗਾ ਪਰ ਡਿਸਿਪਲਿਨ ਕਰਨਾ ਹੈ। ਪਰ ਫਿਰ ਮੈਂ ਵੀ ਸੋਚਾਂ ਬਹੁਤਾ ਹਾਰਸ਼ ਤੇ ਨਹੀਂ ਕਰ ਰਿਹਾ ਮੈਂ ਇਹਨੂੰ? ਜੇ ਬਹੁਤਾ ਕਰ ਰਿਹਾ ਮੈਂ ਥੋੜਾ ਘਟਾ ਦੇਣਾ ਉਹਦੇ ਲਈ ਇਹ ਕਿਹਾ ਜਾ ਸਕੇ। ਸਪੋਜ਼ ਕਰੋ ਆਮ ਨੋਟ ਆਈਡੀਅਲ ਟੂ, ਮਾਫੀ ਚਾਹਾਂਗਾ ਮੈਂ ਤੇ ਉਸ ਰੂਪ ਵਿੱਚ ਨਹੀਂ, ਪਰ ਆਈਡੀਅਲ ਕੀ ਬਣੇਗਾ? ਆਈਡੀਅਲ ਮੈਂ ਇਹ ਕਹਿ ਦਿਆਂ ਕਿ ਓਕੇ ਦੈਨ ਆਈ ਨੀਡ ਯੂਰ ਹੈਲਪ, you actually have to tell me how can I become a good parent, okay? Whenever you have suggestion, come with that suggestion. Until that I am worse, I accept it. ਬੱਚੇ ਨੂੰ ਲੱਗੇਗਾ ਹੱਦ ਹੋ ਗਈ, ਮੈਂ ਤੇ ਇਹਦੀ ਨਰਵ ਪੰਚ ਕਰਨ ਦੀ ਟਰਾਈ ਕੀਤੀ ਸੀ, ਮੈਂ ਤੈਨੂੰ ਥੋੜਾ ਕਿਹਾ ਸੀਗਾ ਕਿ ਇਹ ਆਪਣੇ ਆਪੇ ਤੋਂ ਬਾਹਰ ਆਏਗਾ, ਇਹ ਤੇ ਆਇਆ ਹੀ ਨਹੀਂਗਾ। ਮਤਲਬ ਉਹਦੀ ਗੇਮ ਖਤਮ ਹੋ ਗਈ ਇੱਥੇ। ਆਹ ਜਿਹੜੀ ਚੀਜ਼ ਆ ਇਹ ਹੈ ਹਉਮੈ ਨੂੰ ਮਾਰਨਾ। ਇਨ ਬਿਨ ਵੱਡੇ ਲੈਵਲ ਤੇ ਅਸੀਂ ਲੈ ਆਈਏ, ਪਰ ਇਹਦੇ 'ਚ ਹੈ ਕਿ ਕਈ ਵਾਰ ਬੰਦੇ ਦਾ ਸਵਾਰਥੀ ਪੱਖ, ਬਹੁਤ ਸਾਰੀਆਂ ਚੀਜ਼ਾਂ ਨਾਲ ਇਹਦੇ ਜਿਹੜੀਆਂ ਜੁੜ ਜਾਂਦੀਆਂ। ਗੁਰੂ ਅਮਰਦਾਸ ਸਾਹਿਬ ਕਹਿੰਦੇ ਜਿਹੜਾ ਇਹਨੂੰ ਮਾਰ ਲਵੇ, ਐਲੀਮੀਨੇਟ ਕਰ ਲਵੇ ਇਸ ਪੱਖ ਨੂੰ ਆਪਣੇ ਵਿੱਚੋਂ, ਹਾਰਡ ਆ, ਔਖਾ ਆ। ਇਸ ਤਰ੍ਹਾਂ ਜਾਣੋ ਕਿ ਮੈਲ ਨੂੰ ਆਪਣਾ ਰੂਪ ਸਮਝ ਲੈਣਾ, ਉਹ ਕਿਸੇ ਰੂਪ ਦੇ ਵਿੱਚ ਵੀ ਸਮਝ ਲਿਆ ਜਾਏ। ਜਦੋਂ ਬੰਦਾ ਮੈਲ ਨੂੰ ਤੇ ਆਪਣੇ ਆਪੇ ਨੂੰ, ਬਾਬਾ ਫਰੀਦ ਜੀ ਦਾ ਬਚਨ ਪੜੋ, ਬਹੁਤ ਕਮਾਲ ਦਾ ਬਚਨ ਹੈ। ਮਤਲਬ ਕਈ ਵਾਰ ਸਮ ਟਾਈਮ ਪੀਪਲ ਆਸਕ ਮੀ, ਭਾਈ ਸਾਹਿਬ ਹਾਊ ਕੈਨ ਯੂ ਐਕਚੁਅਲੀ ਡਿਫਾਈਨ ਦੈਟ ਹੂ ਐਮ ਆਈ ਐਂਡ ਵਟ ਇਜ਼ ਹਉਮੈ ਐਂਡ ਵਟ ਇਜ਼ ਮੀ। ਮੈਂ ਕਿਹਾ ਆਹ ਬਚਨ ਲਵੋ ਗੁਰੂ ਮਹਾਰਾਜ ਦੀ ਬਾਣੀ 'ਚ, ਭਗਤ ਫਰੀਦ ਜੀ ਦਾ, ਆਪ ਸਵਾਰੇ ਮੈਂ ਮਿਲੈ, ਮੈਂ ਹਉਮੈ। ਪਰ ਇੱਥੇ ਅਸਲ ਮੈਂ ਦੀ ਗੱਲ ਕੀਤੀ। ਅਸਲ ਮੈਂ ਮੇਰਾ ਵਜੂਦ ਕੀ ਹੈ, ਜਿਹਨੂੰ ਗੁਰੂ ਮਹਾਰਾਜ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ। ਆਪਣਾ ਉਸ ਆਪੇ ਦੀ ਗੱਲ, ਆਪਣਾ ਮੂਲ ਪਛਾਣ, ਉਹਦੇ ਵਿੱਚ ਆ ਜਾ। ਜਿੱਥੇ ਜੋਤ ਦੀ ਗੱਲ ਹੈ, ਇੱਕ ਯੂਨੀਵਰਸਲ ਆਈਡੀਓਲੋਜੀ ਦੀ ਗੱਲ ਹੋ ਰਹੀ ਹੈ ਇੱਥੇ। ਉਹ ਯੂਨੀਵਰਸਲ ਆਈਡੀਓਲੋਜੀ ਦੇ ਵਿੱਚ ਇਹ ਹੈ ਕਿ ਸਪੋਜ਼ ਇਹਨੂੰ ਹੋਰ ਇਹਨੂੰ ਸਿੰਪਲ ਕੀਤਾ ਜਾਏ। ਮੈਂਟਲ ਹੈਲਥ 'ਚ ਕਈ ਵਾਰੀ ਇਹਦੀ ਬੜੀ ਗੱਲ ਹੁੰਦੀ ਹੈ ਕਿ ਜਿਵੇਂ ਅਸੀਂ ਬਚਨ ਪੜ੍ਹਦੇ ਹਾਂ ਕਿ ਗੁਰੂ ਮਹਾਰਾਜ ਭਗਾਣੀ ਦੇ ਜੰਗ 'ਚ ਨੇ ਤੇ ਜਿਹੜਾ ਹੈਗਾ ਹਰੀਚੰਦ ਰਾਜਾ ਜਿਹੜਾ ਗੁਰੂ ਮਹਾਰਾਜ ਦੇ ਸਾਹਮਣੇ ਆਉਂਦਾ ਤੇ ਉਹ ਗੁਰੂ ਮਹਾਰਾਜ ਤੇ ਵਾਰ ਕਰਨ ਲੱਗਦਾ ਤੇ ਗੁਰੂ ਮਹਾਰਾਜ ਉਹਨੂੰ ਕਹਿੰਦੇ ਕਿ ਹਰੀਚੰਦ ਤੂੰ ਵਾਰ ਕਰ ਮੇਰੇ ਇੱਥੇ। ਗੁਰੂ ਸਾਹਿਬ ਉਹਨੂੰ ਅਲਾਓ ਕਰਦੇ। ਉਹ ਇੱਕ ਚਲਾਉਂਦਾ, ਦੋ ਚਲਾਉਂਦਾ, ਤੀਜਾ ਬਾਣ ਚਲਾਉਂਦਾ ਤੇ ਉਸ ਤੋਂ ਬਾਅਦ ਕਿਹਾ ਜਬਹਿ ਬਾਣ ਲਾਗਿਓ ਤਬਹਿ ਰੋਸ ਜਾਗਿਓ। ਮਤਲਬ ਜਦੋਂ ਆ ਕੇ ਬਾਣ ਵੱਜਾ ਤੇ ਉਦੋਂ ਫਿਰ ਰੋਸ ਜਾਗਿਆ। ਮੇਨ ਇਹ ਕਿ ਜਦੋਂ ਕਿਸੇ ਚੀਜ਼ ਨੂੰ ਲਗਾਤਾਰ ਕੋਈ ਜਿਹੜਾ ਹੈਗਾ ਜਾਣ ਬੁੱਝ ਕੇ ਰੋਂਦਣਾ ਚਾਹੇ, ਇਹ ਸਭ ਚੀਜ਼ਾਂ ਕਰਨਾ ਚਾਹੇ, ਉਹਦੇ 'ਚ ਬੰਦੇ ਨੂੰ ਆਪਣੀ ਸੈਲਫ ਰਿਸਪੈਕਟ, ਉਹ ਸਾਰੇ ਦੇ ਵਾਸਤੇ ਨੋ ਡਾਊਟ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨਾ, ਉਹ ਸਭ ਚੀਜ਼ਾਂ ਇਹ ਹਉਮੈ ਨਹੀਂ ਖਵਾਉਂਦੀਆਂ। ਪਰ ਉਹਦਾ ਇੱਕ ਲੈਵਲ ਵੀ ਹੈ ਵੀ ਲੈਵਲ ਇਸ ਤਰੀਕੇ ਨਾਲ ਵੀ ਨਾ ਵੱਧ ਜਾਏ ਕਿ ਬੰਦਾ ਜਿਵੇਂ ਹੀ ਕਿਸੇ ਨੇ ਕੁਝ ਮਤਲਬ ਕਿਸੇ ਤਰੀਕੇ ਦੀ ਬਾਤ ਕਿਸੇ ਰੂਪ ਵਿੱਚ ਹੋਈ ਤੇ ਬੰਦਾ ਆਪੇ ਤੋਂ ਬਾਹਰ ਹੋ ਗਿਆ ਤੇ ਕਹਿੰਦਾ ਬਸ ਮੈਂ ਇਸ ਰੂਪ ਦੇ ਵਿੱਚ ਇਹਦੀ ਹੋਂਦ ਮਿਟਾ ਦੇਣੀ, ਨੇ ਇਸ ਤੋਂ ਨਾਬੂਦ ਕਰ ਦੇਣਾ, ਜੋ ਅਕਸਰ ਹੁੰਦਾ ਇਸ ਰੂਪ ਦੇ ਵਿੱਚ। ਗੁਰੂ ਮਹਾਰਾਜ ਬਿਆਨ ਕਰਦੇ ਇਹਨੂੰ ਮਾਰਦੇ। ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ, ਤੈਨੂੰ ਇਹਦੇ 'ਚ ਸੁਖ ਮਿਲੇਗਾ। ਜੇ ਤੂੰ ਮੇਰਾ ਹੋਏ ਰਹੈ ਸਭ ਜਗ ਤੇਰਾ ਹੋਏ।
ਤੈਨੂੰ ਜਹਾਨ ਦੇ ਵਿੱਚੋਂ ਪ੍ਰੀਤ, ਸਨੇਹ, ਖਲੂਸ, ਮੁਹੱਬਤ, ਇਹ ਸਭ ਚੀਜ਼ਾਂ ਜਿਹੜੀਆਂ ਮਿਲਣਗੀਆਂ, ਪਰ ਇਹ ਸੁੱਖ ਉਹੀ ਹੈ ਜੇ ਉਹ ਇਸ ਰੂਪ ਵਿੱਚ ਮਾਰੇਗਾ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਨੇ ਕਿਹਾ, ਮੈਂ ਉਹਦੇ ਤੋਂ ਵਾਰ ਨਹੀਂ ਜਾਣਾ ਜਿਹਨੇ ਇਸ ਚੀਜ਼ ਨੂੰ ਐਕਸੈਪਟ ਕੀਤਾ ਹੈਗਾ। ਦੂਸਰੀ ਚੀਜ਼ ਹੈ, ਗੁਰ ਸੇਵਾ ਤੇ ਹਰ ਮਨ ਵਸਿਆ, ਹਰ ਰਸ ਸਹਿਜ ਪਿਆ ਬਣਿਆ। ਗੁਰ ਸੇਵਾ ਤੇ ਹਰ ਮਨ ਵਸਿਆ, ਗੁਰੂ ਦੀ ਸੇਵਾ ਨਾਲ ਹਰੀ ਮਨ ਵਸਦਾ। ਇਹਨੂੰ ਵੀ ਇਸ ਲੈਵਲ ਤੇ ਲੈ ਲਈਏ ਕਿ ਗੁਰੂ ਦੀ ਸੇਵਾ ਰੱਬ ਦੀ ਸੇਵਾ ਆ, ਰੱਬ ਦੀ ਸੇਵਾ ਮਾਨਵਤਾ ਦੀ ਸੇਵਾ ਆ, ਮਾਨਵਤਾ ਦੀ ਸੇਵਾ ਦੇ ਵਿੱਚ ਮਨੁੱਖਾਂ ਦੇ ਵਿੱਚ ਆਪਣੇ ਆਪੇ ਨੂੰ ਵੇਖਣਾ। ਹੁਣ ਇਹਨੂੰ ਅੱਜ ਦੀ ਦੁਨੀਆ 'ਚ ਆਪਾਂ ਜੇ ਬਿਲਕੁਲ ਸਾਪੇਖ ਕਰਕੇ ਦੇਖੀਏ ਤੇ ਇਹ ਹੈਗਾ ਆ ਕਿ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਨ। ਅੱਜ ਅਸੀਂ ਜਿਸ ਤਰੀਕੇ ਦੇ ਸਮਾਜ ਦੀ ਆਲੇ ਦੁਆਲੇ ਵੇਖ ਰਹੇ ਹੈਗੇ ਆ, ਆਪਾਂ ਅਕਸਰ ਇੱਥੋਂ ਦੀ ਗੱਲ ਕਰਦੇ ਆ, ਆਪਣੇ ਹੇਅਰ ਐਂਡ ਨਾਓ ਦੀ ਸਿਚੁਏਸ਼ਨ ਦੇ ਵਿੱਚ ਵੈਨਕੂਵਰ ਦੇਖਿਆ, ਸਰੀ ਦੇਖਿਆ ਆਪਾਂ ਨੇ, ਹੁਣ ਰੀਸੈਂਟਲੀ ਇੱਥੇ ਵੀ ਤੁਸੀਂ ਇਹੋ ਜਿਹਾ ਟ੍ਰੈਂਡ ਦੇਖਿਆ ਹੈਗਾ ਗੈਂਗ ਵਾਰ ਦਾ, ਇਹਨਾਂ ਸਭ ਚੀਜ਼ਾਂ ਦਾ। ਤੇ ਇਸ ਸਾਰੇ ਦੇ ਬਾਬਤ ਜੇ ਆਪਾਂ ਅਵੇਅਰ ਨਹੀਂ ਹੋਵਾਂਗੇ ਤੇ ਅਵੇਅਰ ਹੋਣ ਦਾ ਬਾਤ ਵੀ ਕੀ ਹੋਏਗੀ। ਜਿਸ ਦਿਨ ਹੋਇਆ ਉਸ ਦਿਨ ਸ਼ੁਰੂ ਤੋਂ 2-3 ਇੰਸੀਡੈਂਟ ਹੋਏ, people were calling me and they were asking so many things and we were actually discussing all these things and I was suggesting that time ਕਿ okay ਅਸੀਂ ਉੱਥੇ ਦੇਖੀਏ ਉੱਥੇ ਕੀ ਹੋਇਆ, ਪਹਿਲਾਂ ਸਰੀ ਵਿੱਚ ਦੇਖ ਲਈ ਜਾਂ ਹੋਰ ਇਹੋ ਜਿਹੀ ਜਗ੍ਹਾ ਜਿੱਥੇ ਹੋਇਆ ਹੈ। ਇੱਥੇ ਸਾਡੇ ਪਾੜੇ ਜਾਂ ਇਹੋ ਜਿਹੇ ਬੱਚੇ ਕਰਦੇ, ਮਨੀਲਾ ਵਿੱਚ ਦੇਖੋ ਤੁਸੀਂ, ਫਿਲੀਪੀਨ ਵਾਲੀ ਸਾਈਡ ਤੇ, ਉੱਥੇ ਬਹੁਤ ਸਾਰੀਆਂ ਇਹੋ ਜਿਹੀ ਚੀਜ਼ਾਂ ਹੋਈਆਂ, ਉੱਥੇ ਵੱਡਿਆਂ ਨੇ ਕੀਤਾ ਉਸ ਰੂਪ ਦੇ ਅੰਦਰ। ਜੇ ਆਪਾਂ ਇਸ ਨੂੰ ਹੋਰ ਪਿੱਛੇ ਲੈ ਜਾਈਏ ਤੇ ਪੰਜਾਬ ਦੀ ਫਿਜ਼ਾਂ ਦੇ ਵਿੱਚ ਮਤਲਬ ਇਸ ਕਿਸਮ ਦੀ ਹੈਂਕੜਬਾਜ਼ੀ ਦੇ ਵਿੱਚ ਜੀਣਾ ਤੇ ਕਿਸੇ ਨੂੰ ਜੀਣ ਨਾ ਦੇਣਾ, ਗੁਰਮਤਿ ਦਾ ਕਨਸੈਪਟ ਹੈ ਜੀਓ ਤੇ ਜੀਣ ਦਿਓ। ਮੈਂ ਮਤਲਬ ਆਪਣੀ ਹੋਂਦ ਰਹੇ ਨਾ ਰਹੇ ਪਰ ਤੇਰੀ ਨਹੀਂ ਛੱਡਣੀ, ਇਹ ਜਿਹੜੀ ਰੂਪਤਾ ਆ ਇਹ ਉੱਥੋਂ ਵੀ ਆ ਰਹੀ ਉਸ ਰੂਪ ਦੇ ਵਿੱਚ। ਪਰ ਹੁਣ ਦੇਖੀਏ ਬੇਸਿਕਸ ਤੇ ਗੱਲ ਕੀ ਹੈਗਾ। ਬੇਸਿਕਸ ਤੇ ਗੱਲ ਇਹ ਹੈ ਕਿ ਉੱਥੇ ਪੈਰੈਂਟਿੰਗ ਕਮੇਟੀਆਂ ਬਣਾਤੀਆਂ, ਕੁਝ ਹੋਰ ਇਸ ਕਿਸਮ ਦੇ ਜਿਹੜੇ ਨੇ ਗਰੁੱਪਸ ਬਣਾ ਦਿੱਤੇ, ਇਹਦੇ ਨਾਲ ਬਹੁਤ ਜ਼ਿਆਦਾ ਫਰਕ ਨਾ ਪਿਆ। ਫਰਕ ਕਿੱਥੇ ਪਏਗਾ? ਫਰਕ ਪਏਗਾ ਫੈਮਿਲੀ ਦੇ ਉੱਤੇ। ਜਿਵੇਂ ਸਾਡੇ ਬਹੁਤ ਉਮਦਾ ਸਾਈਕੋਲੋਜਿਸਟ ਹੈਗੇ ਨੇ, ਬੜੇ ਗੁਰਮੁਖ ਪਿਆਰੇ, ਉਹ ਕਿਆ ਕਰਦੇ, ਉਹ ਕਹਿੰਦੇ ਮੈਂ ਆਪਣੇ ਘਰ ਤੋਂ ਗੱਲ ਸ਼ੁਰੂ ਕਰਦਾ, ਨੋ ਡਾਊਟ ਦੇ ਆਰ ਵੈਰੀ ਵੈਲ ਆਫ ਫੈਮਿਲੀ। ਉਹ ਕਹਿੰਦੇ ਕਿ ਮੈਂ ਆਪਣੇ ਬੱਚਿਆਂ ਨੂੰ ਇਹ ਕਹਿਣਾ ਸ਼ੁਰੂ ਕੀਤਾ ਜਦੋਂ ਬੱਚੇ ਗਰੋ ਹੋ ਰਹੇ ਸੀਗੇ ਕਿ ਦੇਖੋ ਲੋਕੀ ਵੱਡਿਆਂ ਲੋਕਾਂ ਵੱਲ ਦੇਖਦੇ, ਵੱਡੇ ਮੀਨ ਕੱਦ ਕਰਕੇ ਵੱਡੇ ਇਕੱਲੇ ਨਹੀਂ ਹੁੰਦੇ, ਜਿਨ੍ਹਾਂ ਕੋਲ ਪੈਸਾ, ਜਿਨ੍ਹਾਂ ਕੋਲ ਪੋਜੀਸ਼ਨ, ਜਿਨ੍ਹਾਂ ਕੋਲ ਇਹ ਸਭ ਕੁਝ ਆ। ਹੁਣ ਉਹਨਾਂ ਵੱਲ ਦੇਖਦੇ ਤੇ ਜੇ ਉਹ ਬੱਚੇ ਬਾਹਰ ਸਮਾਜ ਦੇ ਵਿੱਚ ਸਲੀਕੇ ਨਾਲ ਬਿਹੇਵ ਕਰਨਗੇ, ਡਾਊਨ ਟੂ ਅਰਥ ਬਿਹੇਵ ਕਰਨਗੇ, ਉਹ ਬੱਚੇ ਅਕਾਊਂਟੇਬਲ ਬਣਨਗੇ ਆਪਣੇ ਬਿਹੇਵੀਅਰ ਵਾਸਤੇ। ਜੇ ਮੈਂ ਕੋਈ ਪੁੱਠੀ ਸਿੱਧੀ ਇਲਤ ਕੀਤੀ ਨਾ, ਮੇਰੇ ਮੰਮੀ ਡੈਡੀ ਨੇ ਪੁੱਛਣਾ ਮੈਨੂੰ ਜਾ ਕੇ। ਇਸ ਕਿਸਮ ਦੀ ਜਿਹੜੀ ਚੀਜ਼ ਆ, ਉਸ ਕਿਸਮ ਦੇ ਨਾਲ ਉਹਨਾਂ ਬੱਚਿਆਂ ਨੂੰ ਪ੍ਰਪੇਅਰ ਕੀਤਾ ਜਾਏ, ਤਿਆਰ ਕੀਤਾ ਜਾਏ। ਫਿਰ ਜਿਹੜੇ ਉਸ ਤੋਂ ਲੋਅਰ ਕਲਾਸ ਦੇ ਵਿੱਚ ਵੀ ਨੇ, ਫਾਈਨੈਂਸ਼ੀਅਲੀ ਜਾਂ ਸਟੇਟਸ ਵਾਈਜ਼, ਡੈਫੀਨਿਟਲੀ ਉਹਨਾਂ ਦੇ ਘਰਾਂ 'ਚ ਵੀ ਸਟੈਂਡਰਡ ਆਏਗਾ। ਭਾਈ ਗੱਲ ਇਹ ਹੈ ਕਿ ਜੇ ਉਹ ਇੰਨੇ ਸਾਧਨਾਂ ਦੇ ਨਾਲ, ਇੰਨੀ ਅਮੀਰੀਅਤ ਦੇ ਨਾਲ, ਗੁਣਾਂ ਨਾਲ ਰਹਿ ਸਕਦੇ ਨੇ, ਸ਼ੁਭਤਾ ਨਾਲ ਰਹਿ ਸਕਦੇ, ਡਾਊਨ ਟੂ ਅਰਥ ਰਹਿ ਸਕਦੇ, ਸਾਨੂੰ ਕੀ ਹੋਇਆ ਭਾਈ? ਇੱਥੋਂ ਸਟੈਂਡਰਡ ਸੈੱਟ ਹੁੰਦਾ ਹੈ। ਜਿੱਥੇ ਇਹ ਹੋਇਆ ਕਿ ਅਮੀਰੀ ਆ ਗਈ ਤੇ ਅਮੀਰੀ ਦੇ ਨਾਲ ਇਹ ਕਹਿ ਤਗਾ ਵੀ ਇਟਸ ਓਕੇ, ਮਤਲਬ ਜਿਹੜਾ ਹੈਗਾ ਕੋਈ ਗੱਲ ਨਹੀਂ, ਮਹਿੰਗੀ ਤੋਂ ਮਹਿੰਗੀ ਸਪੋਰਟਸ ਗੱਡੀ ਲੈ ਕੇ ਦਿਓ। ਬੱਚੇ ਨੇ ਨਹੀਂ ਪੜਿਆ ਤਾਂ ਕੀ ਫਰਕ ਪੈਂਦਾ, ਸਾਡਾ ਬੱਚਾ ਆ ਨਾ, ਅਸੀਂ ਤੇ ਇਸ ਬੱਚੇ ਨੂੰ ਜਿਹੜਾ ਹਰ ਖਾਸ਼ ਪੂਰੀ ਕਰਾਂਗੇ। ਫਿਰ ਹੋਏਗਾ ਕਿ ਇੱਕ ਅਜੀਬ ਤਰ੍ਹਾਂ ਦਾ ਹਾਲਤ ਬਣੇਗੀ, ਹਰ ਚੀਜ਼ ਨੂੰ ਲੁਕਾਵਾਂਗੇ, ਹਰ ਚੀਜ਼ ਨੂੰ ਛੁਪਾਵਾਂਗੇ, ਹਰ ਚੀਜ਼ ਦੇ ਉੱਤੇ ਜਿਹੜਾ ਹੈਗਾ ਆਪਣੇ ਮੋਹ ਦੇ ਵਿੱਚ ਪਏ ਹੋਏ, ਤੇ ਫਿਰ ਇਹਦੇ 'ਚ ਹਉਮੈ ਵੀ ਪਈ ਹੈ ਪਿੱਛੇ ਕਰਕੇ। ਗੁਰੂ ਦੀ ਸੇਵਾ ਦਾ ਕਨਸੈਪਟ ਸਮਝੀਏ। ਗੁਰੂ ਦੀ ਸੇਵਾ ਦਾ ਕਨਸੈਪਟ ਕੀ ਹੈ? ਫੈਮਿਲੀ ਨੂੰ ਗੁਰੂ ਆਸ਼ੇ ਮੁਤਾਬਕ ਬਣਾਉਣਾ, ਆਪਣੇ ਆਪ ਨੂੰ ਗੁਰੂ ਆਸ਼ੇ ਮੁਤਾਬਕ ਬਣਾਉਣਾ, ਇਹ ਗੁਰੂ ਦੀ ਸੇਵਾ ਹੈ। ਮਾਨਵਤਾ ਦੀ ਸੇਵਾ ਕੀ ਹੈ? ਮੈਂ ਇੱਕ ਛੋਟਾ ਜਿਹਾ ਰੰਗ, ਕਿਉਂਕਿ ਸਿੱਖਿਆ ਕਿਤੋਂ ਵੀ ਮਿਲੇ ਲੈਣੀ ਚਾਹੀਦੀ ਹੈ। ਖਲੀਲ ਜਿਬਰਾਨ ਨੂੰ ਕਿਸੇ ਨੇ ਪੁੱਛਿਆ ਸੀਗਾ, ਖਲੀਲ ਪੁੰਨ ਤੇ ਪਾਪ ਕੀ ਹੁੰਦਾ ਹੈ? ਜੀ ਬਾਣੀ 'ਚ ਬਚਨ ਪੜ੍ਹੀ ਨਾ, ਬਾਣੀ ਕਹਿੰਦੀ ਪਾਪ ਪੁੰਨ ਦੋਇ ਭਈ ਕਹਾਵਤ, ਜਾਂ ਅਸੀਂ ਪੁੰਨੀ ਪਾਪੀ ਅੱਖ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਉਹ ਕਨਸੈਪਟ ਵੀ ਪੜ੍ਹਦੇ ਆ। ਉਹਨੂੰ ਕਿਹਾ, ਕਹਿੰਦਾ ਪਾਪ ਪੁੰਨ ਦੀ ਪਰਿਭਾਸ਼ਾ ਕੀ ਹੁੰਦੀ ਹੈ? ਉਹ ਕਹਿੰਦਾ ਪਾਪ ਪੁੰਨ ਦੀ ਪਰਿਭਾਸ਼ਾ ਬੜੀ ਫਿਲਾਸਫੀਕਲ ਲੈਵਲ ਤੇ ਗੱਲ ਕੀਤੀ। ਸਪੋਜ਼ ਇੱਕ ਸ਼ਖਸ ਸਿਗਰਟ ਨੋਸ਼ੀ ਕਰਦਾ, ਨਸ਼ਾ ਪੀਂਦਾ ਤੇ ਉਹਦੇ ਵੱਲ ਵੇਖ ਕੇ 5-7 ਬੰਦੇ ਹੋਰ ਪੀਣ ਲੱਗ ਜਾਂਦੇ, ਕਹਿੰਦੇ ਸਮਝੋ ਪਾਪ ਕਮਾ ਲਿਆ।
ਤੇ ਪਾਪ ਐਸਾ ਕਮਾ ਲਿਆ ਕਿ ਇਸ ਪਾਪ ਨੂੰ ਉਹ ਐਲੀਮੀਨੇਟ ਵੀ ਨਹੀਂ ਕਰ ਸਕਦਾ, ਬਚਾ ਵੀ ਨਹੀਂ ਸਕਦਾ। ਕਿਉਂ ਨਹੀਂ ਬਚਾ ਸਕਦਾ? ਕਿਉਂ ਨਹੀਂ ਆਪਣੇ ਆਪ ਨੂੰ ਉਹਦੇ ਪ੍ਰਭਾਵ ਤੋਂ ਬਚਾ ਸਕਦਾ? ਹੋ ਸਕਦਾ ਕੱਲ ਨੂੰ ਆਪ ਤਿਆਗ ਵੀ ਕਰ ਦੇ, ਛੱਡ ਵੀ ਦੇ, ਪਰ 5-7 ਦੀ ਜ਼ਿੰਦਗੀ ਬਰਬਾਦ ਹੋ ਗਈ, ਉਹਦਾ ਫਲ ਉਹਦੀ ਝੋਲੀ ਪਏਗਾ। ਇਹ ਵਰਸ ਪਾਪ ਹੈ। ਉਹ ਕਹਿੰਦਾ ਗॉट इट, ਸਮਝ ਆ ਗਈ। ਦੇਖੋ ਕਈ ਵਾਰ ਮੈਂ ਕਹਿੰਦਾ ਆਪ ਸਵਾਰੈ ਮੈਂ ਮਿਲੈ, ਆਪਣੇ ਆਪ ਨੂੰ ਇਸ ਕਰ ਇਸ ਮਾਈ ਲਾਈਫ, ਹੂ ਕੇਅਰ, I'm totally free, I can live my life according to my own natural standards. But you can live your life on your own standards, but at the same time we're human being, we're attached to each other. ਅਸੀਂ ਇਸੇ ਸੋਸਾਇਟੀ, ਇਸੇ ਪਰਿਵਾਰ, ਇਸੇ ਸਮਾਜ 'ਚ ਰਹਿਣਾ ਆ। ਜਦੋਂ ਇੱਕ ਦੂਜੇ ਨਾਲ ਜਿਹੜੀ ਲਾਗ ਲੱਗਣੀ ਆ, ਹੁਣ ਕਰੋਨਾ ਨੇ ਤਾਂ ਸਾਰਾ ਕੁਝ ਸਿਖਾ ਦਿੱਤਾ। ਕਰੋਨਾ ਨੇ ਤਾਂ ਦੱਸ ਦਿੱਤਾ ਕਿ ਸਾਡੀ ਸਾਰਿਆਂ ਦੀ ਹੋਣੀ ਇੱਕੋ ਲੈਵਲ ਤੇ ਹੈ। ਬੰਦਾ ਇਹੀ ਲੋਕੀ ਕਹਿੰਦੇ ਨਾ, ਇਟਸ ਮਾਈ ਬੋਡੀ ਮਾਈ ਚੋਇਸ, ਮੈਂ ਦਵਾਈ ਕਿਉਂ ਲਵਾਵਾਂ। ਲੋਕੀ ਇਹ ਕਹਿੰਦੇ ਵੀ ਮੈਨੂੰ ਇਸ ਰੂਪ ਦੇ ਵਿੱਚ ਕਿਉਂ ਕੀਤਾ ਜਾਏ। ਭਾਈ ਗੱਲ ਇਹ ਹੈ, ਤੂੰ ਬਿਮਾਰ ਹੋਏਗਾ, ਤੇਰੇ ਨਾਲ ਹੋਰ ਬਿਮਾਰ ਹੋਣਗੇ। ਇਸ ਕਰਕੇ ਆਪਣੇ ਆਪ ਦਾ ਟ੍ਰੀਟਮੈਂਟ ਕਰ, ਆਪਣੇ ਆਪ ਦਾ ਇਲਾਜ ਕਰ। ਇਹ ਬਾਤ ਹੋ ਰਹੀ ਜਿਹੜੀ ਹੁਣ ਇਸ ਕਿਸਮ ਦੀ ਗੱਲ ਆ, ਐਕਚੁਅਲੀ ਐਥੀਕਲ ਸਾਈਡ ਤੇ ਵੀ ਇਸੇ ਰੂਪ ਦੇ ਵਿੱਚ ਆ ਜਾਈਏ। ਗੁਰੂ ਬਾਬਾ ਜੀ ਨੇ ਕਿਹਾ ਆਪ ਸਵਾਰ ਹੈ, ਗੁਰੂ ਦੀ ਸੇਵਾ ਕਰ। ਗੁਰੂ ਦੀ ਸੇਵਾ ਕੀ ਹੈ? ਆਪਣੇ ਆਪ ਨੂੰ ਸਵਾਰ, ਕੰਘੀ ਫੇਰ, ਆਪਣੇ ਜੀਵਨ ਦੇ ਵਿੱਚ ਵੈਲਿਊ ਸਿਸਟਮ ਫੋਲੋ ਕਰ, ਕਦਰਾਂ ਕੀਮਤਾਂ ਫੋਲੋ ਕਰ, ਉਚੇਰਾ ਚੁੱਕ ਆਪਣੇ ਆਪ ਨੂੰ। ਗੁਰੂ ਦੀ ਸੇਵਾ ਹੈ। ਸਿੱਖ ਬਣਨ ਦਾ ਮਾਇਨਾ ਆਪਣੇ ਜੀਵਨ ਨੂੰ ਉੱਚਾਈਆਂ ਚੰਗਿਆਈਆਂ ਨਾਲ ਜੋੜ ਲੈਣਾ ਹੈਗਾ। ਇਹ ਰੱਬ ਦੀ ਸੇਵਾ ਆ। ਬਾਕੀ ਹੋਰ ਕੋਈ ਗੁਰੂ ਸਾਹਿਬ ਨੇ ਅਕਾਲ ਪ੍ਰਸਤਗੀ ਕੀ ਕਰੋ, ਅਕਾਲ ਦੀ ਪੂਜਾ ਕੀ ਕਰੋਗੇ? ਅਕਾਲ ਦੀ ਕੋਈ ਪੂਜਾ ਨਹੀਂ ਗੀ। ਅਕਾਲ ਦੀ ਪੂਜਾ ਇਹੀ ਹੈ, ਮਨੁੱਖ ਆਪਣੇ ਜੀਵਨ ਦਾ ਸੁਧਾਰ ਕਰਦਾ। ਗੁਰੂ ਬਾਬਾ ਜੀ ਇੱਥੇ ਬਿਆਨ ਕਰਦੇ, ਗੁਰ ਸੇਵਾ ਤੇ ਹਰ ਮਨ ਵਸਿਆ। ਇਹਦੇ ਨਾਲ ਹਰੀ ਫਿਰ ਮਨ ਵਿੱਚ ਵਸਦਾ। ਫਿਰ ਇਹ ਵੀ ਹੁੰਦੀ ਬਾਤ, ਸਪੋਜ਼ ਇਹਨੂੰ ਹੋਰ ਸਿੰਪਲ ਕੀਤਾ ਜਾਏ, ਉਹਦੇ 'ਚ ਇਹ ਗਿਆ ਕਿ ਜੇ ਸਿੱਖਾਂ, ਜੇ ਬੀਂਗੇ ਸਿੱਖ ਤੋਂ ਸਿੱਖੀ ਦੀ ਸੇਵਾ 'ਚ ਲੱਗ ਗਏ। ਸਿੱਖੀ ਦੀ ਸੇਵਾ ਮਤਲਬ ਆਪਣੇ ਆਪ ਨੂੰ ਐਥੀਕਲੀ ਉੱਚੀਆਂ ਚੁੱਕ ਲਿਆ। ਤੇ ਭਾਈ ਤੁਹਾਨੂੰ ਕੀ ਫਾਇਦਾ ਆਇਆ ਇਹਦੇ ਵਿੱਚੋਂ? ਦੇਖੋ ਜਿਵੇਂ ਆਪਾਂ ਸਮਾਜ ਵਿੱਚ ਦੇਖਦੇ ਹੈਗੇ ਆ, ਈਗੋਟਿਸਟ ਐਟੀਟਿਊਡ ਸਾਨੂੰ ਡਿਫਰੈਂਟ ਲੈਵਲ ਦੇ ਨਾਲ ਆ ਕੇ ਡੰਗਿਆ। ਜਿਵੇਂ ਮਹਾਰਾਜ ਦੀ ਬਾਣੀ 'ਚ ਅਸੀਂ ਬਚਨ ਪੜ੍ਹਦੇ ਹਾਂ ਨਾ, ਸਾਧੋ ਮਨ ਕਾ ਮਾਨ ਤਿਆਗੋ, ਸਾਧੂ ਬਿਰਤੀ ਵਾਲੇ ਬੰਦੇ ਨੂੰ ਕਿਹਾ ਗਿਆ। ਹੁਣ ਇੱਥੇ ਕੀ ਹੈ, ਜੇ ਆਪਾਂ ਅਮੀਰੀਅਤ ਦੀ ਗੱਲ ਕੀਤੀ ਜਾਂ ਕਿਸੇ ਹੋਰ ਚੀਜ਼ ਦੀ ਗੱਲ ਕੀਤੀ, ਸਮਾਜ ਦੇ ਵਿੱਚ ਇੱਕ ਈਗੋ ਦਾ ਭਾਵ, ਤੇ ਇਹ ਅੱਜ ਤੋਂ ਨਹੀਂ ਸ਼ੁਰੂ ਹੋਇਆ। ਇਹ ਸ਼ੁਰੂ ਹੋਇਆ, ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੀ ਬਾਤ ਕਰਦੇ ਹਾਂ। ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਜਦੋਂ ਆਪਣੇ ਪੋਤਰੇ ਕੰਵਰ ਨੌ ਨਿਹਾਲ ਦਾ ਵਿਆਹ ਕਰਦੇ ਹੋ, ਓ ਮਾਈ ਗੁੱਡਨੈਸ, ਵੱਡਾ ਵੱਡਾ ਮਜ਼ਮਾ ਸਜਾ ਦਿੱਤਾ ਸਭ ਚੀਜ਼ਾਂ ਦੇ ਵਿੱਚ। ਤੇ ਖਾਲਸੇ ਦਾ ਕਨਸੈਪਟ ਇਕੁਐਲਿਟੀ ਦਾ ਸੀਗਾ। ਹੋਇਆ ਕਿ ਉਸ ਤੋਂ ਬਾਅਦ ਹਰ ਸਰਦਾਰ ਹੀ ਕਹਿਣ ਲੱਗਾ ਵੀ ਮੈਂ ਉਹ ਤੋਂ ਘੱਟ ਆ, ਮੈਂ ਵੀ ਬਣਾਂਗਾ, ਮੈਂ ਵੀ ਬਣਾਂਗਾ। ਉਹ ਸਾਰਾ ਹਉਮੈ ਦਾ ਇਜ਼ਾਫਾ। ਉਹ ਕਹਿੰਦੇ ਅੱਜ ਵੀ, ਸਾਡੇ ਪ੍ਰੋਫੈਸਰ ਸਾਹਿਬ ਕਹਿੰਦੇ ਸੀ, ਅੱਜ ਵੀ ਹਰ ਪੰਜਾਬ ਦਾ ਵਸਨੀਕ ਆਪਣੇ ਆਪ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਘੱਟ ਨਹੀਂ ਮੰਨਦਾ। ਉਹ ਕਹਿੰਦਾ ਹੱਦ ਹੋ ਗਈ, ਬਸ ਹੁਣ ਤੇ ਜਿਹੜਾ ਹੈਗਾ ਮੇਰੇ ਨਿਆਣੇ ਦਾ ਵਿਆਹ ਆ ਗਿਆ, ਖਾਸ ਕਰਕੇ ਮੁੰਡੇ ਦਾ, ਤੇ ਬਸ ਪੋਤੇ ਦਾ, ਤੇ ਬਸ ਹੁਣ ਤੇ ਮੈਂ ਉਸ ਰੂਪ ਦੇ ਵਿੱਚ ਹਉਮੈ ਦੀ ਇਜ਼ਾਫੇਦਾਰੀ ਹੈ। ਹਕੀਕਤ ਵਿੱਚ ਗੱਲ ਇਹ ਹੈ, ਜੇ ਹੋਰ ਆਪਾਂ ਸਿੰਪਲ ਲੈਵਲ ਤੇ ਬਾਤ ਕਰੀਏ, ਸਾਡੇ ਇੱਥੋਂ ਦੀ ਸੁਸਾਇਟੀ 'ਚ ਬਾਤ ਕਰੋਗੇ ਤੁਸੀਂ, ਵਿਆਹ ਸੰਸਥਾ ਅਸੀਂ ਗੋਰੇ ਗੋਰੀਆਂ ਨੂੰ ਕਹਿੰਦੇ ਆ ਜਾਂ ਦੂਜੇ ਮੇਨ ਸਟਰੀਮ ਦੇ ਲੋਕਾਂ 'ਚ ਫੇਲ ਹੋ ਗਈ। ਜਿੱਡਾ ਵੱਡਾ ਫੇਲਿਅਰ ਸਾਡਾ ਹੋਇਆ ਪਿਆ ਯੰਗ ਬੱਚਿਆਂ ਦੇ ਚੇਤਨਾ ਤੇ ਕਿਤੇ ਹੈ ਹੀ ਨਹੀਂਗਾ। I actually deal with these kind of issues every day. ਹਉਮੈ, ਤੁਸੀਂ ਪਿੱਛੇ ਦੇਖੋਗੇ ਤੇ ਜਿੱਥੇ ਇਹ ਚੀਜ਼ ਕੋਈ ਸੰਬੰਧ ਸਥਾਪਿਤ ਵੀ ਹੋਇਆ, ਹੰਕਾਰ ਦੀ ਉਸ ਪ੍ਰਵਿਰਤੀ ਦੇ ਵਿੱਚੋਂ ਆ ਰਿਹਾ। ਗੁਰਸੇਵਾ, ਆਪਣੇ ਆਪ ਨੂੰ ਹਲੀਮੀ, ਨਿਮਰਤਾ, ਗੁਣਾਂ ਵਾਲੇ ਲੈਵਲ ਤੇ ਲੈ ਕੇ ਆ, ਇਹ ਗੁਰੂ ਕੀ ਸੇਵਾ। ਇਹਦੇ ਵਿੱਚੋਂ ਹਰੀ ਉਪਜੇਗਾ। ਲੌਂਗ ਰਨ ਦੇ ਵਿੱਚ ਇਹਦੇ 'ਚ ਤੈਨੂੰ ਬੈਨੀਫਿਟ ਮਿਲੇਗਾ, ਤੈਨੂੰ ਫਾਇਦਾ ਮਿਲੇਗਾ, ਤੇਰੀ ਚੜ੍ਹਦੀ ਕਲਾ ਹੋਏਗੀ। ਇਹ ਰੂਪ ਗੁਰੂ ਮਹਾਰਾਜ ਨੇ ਕਿਹਾ। ਲੋਕ ਸੁਖੀਏ ਪਰਲੋਕ ਸੁਹੇਲੇ ਦਾ ਕਨਸੈਪਟ ਹੈ। ਤੂੰ ਧਰਤੀ ਤੋਂ ਵਿਦਾ ਹੋਏਗਾ ਇੱਕ ਸਕੂਨ ਦੇ ਨਾਲ ਕਿ ਮੈਂ ਉਹ ਜੀਵਨ ਜੀਆ ਜਿਹੜਾ ਮੇਰੇ ਗੁਰੂ ਨੇ ਮੈਨੂੰ ਦਰਸਾਇਆ ਸੀਗਾ। ਫਿਰ ਤੇਰੀਆਂ ਆਉਣ ਵਾਲੀਆਂ ਫੈਮਿਲੀ ਪੀੜ੍ਹੀਆਂ ਦੇ ਵਿੱਚ ਜਿਹਨੂੰ ਅਸੀਂ ਉਸ ਰੂਪ ਵਿੱਚ ਕਹਿੰਦੇ ਆ, ਉਹਨਾਂ ਦੇ ਵਿੱਚ ਵੀ ਚੜ੍ਹਦੀ ਕਲਾ ਹੋਏਗੀ। ਤੇ ਗੁਰੂ ਸਾਹਿਬ ਨੇ ਇਸ ਤਰ੍ਹਾਂ ਵੀ ਬਿਆਨ ਕੀਤਾ, ਹਸਤੀ ਸਿਰਜਿਓ ਅੰਕੁਸ਼ ਹੈ, ਐਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਹੈ, ਉਹ ਵੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀ ਹੈ, ਸਭ ਰਾਜ ਸ੍ਰਿਸ਼ਟ ਕਾਲੇ। ਤੂੰ ਆਪਣੇ ਆਪ ਨੂੰ ਐਵੇਂ ਉਭੀ ਧੌਣ ਥੱਲੇ ਸੱਟ ਕੇ ਇਸ ਰੂਪ ਵਿੱਚ ਅਡਾਪਟ ਕਰ। ਰਾਜ ਸ੍ਰਿਸ਼ਟ ਕਾਲੇ, ਸ੍ਰਿਸ਼ਟੀ ਦਾ ਰਾਜਾ, ਸ੍ਰਿਸ਼ਟੀ ਦਾ ਬਾਦਸ਼ਾਹ ਬਣੇਗਾ ਤੂੰ। ਸ੍ਰਿਸ਼ਟੀ ਦਾ ਬਾਦਸ਼ਾਹ ਬਣਨ ਦਾ ਮਾਇਨਾ ਕੀ ਹੈ? ਮਹਾ ਸੁਖੀ ਹੋਏਗਾ। ਅਦਰਵਾਈਜ਼ ਅੱਜ ਵੀ ਤੁਸੀਂ ਦੇਖੋਗੇ
ਲੋਕਾਂ ਦੇ ਵਿੱਚ, ਸਮਾਜਾਂ ਦੇ ਵਿੱਚ ਖੁਸ਼ੀ ਦਾ ਮਤਲਬ ਕੀ ਹੈ? ਨਸ਼ਾ ਪੀ ਲੈਣਾ। ਖੁਸ਼ੀ ਦਾ ਮਤਲਬ ਕੀ ਹੈ? ਕੁਝ ਇਸ ਕਿਸਮ ਦੇ ਕਿਰਿਆ ਕਲਾਪਾਂ 'ਚ ਲੱਗ ਜਾਣਾ। ਬੀਇੰਗ ਏ ਸਿੱਖ, ਖੁਸ਼ੀ ਦਾ ਮਾਇਨਾ ਕੀ ਹੈ? ਮਤਲਬ ਇਹ ਨਹੀਂ ਹੈਗਾ ਕਿ ਬਿਲਕੁਲ ਬੀਜ ਨਾਸ ਹੋ ਗਿਆ, ਅਜੇ ਵੀ ਕੁਝ ਸਟੈਂਡਰਡ ਹੈ ਜ਼ਿੰਦਗੀ ਦਾ। ਮਤਲਬ ਜਿੱਥੇ ਜਾ ਕੇ ਬੰਦਾ ਕਹਿੰਦਾ ਵੀ ਨਹੀਂ ਨਹੀਂ, ਐਕਚੁਅਲੀ ਇਹਨਾਂ ਚੀਜ਼ਾਂ ਤੋਂ ਪਰਹੇਜ਼ਗਾਰ ਰਹਿਣਾ ਇਹੀ ਖੁਸ਼ੀ ਹੈ, ਇਹੀ ਸੁੱਖ ਹੈ, ਇਹੀ ਸਕੂਨ ਹੈ, ਇੱਕ ਪ੍ਰਾਪਤੀ ਹੈ। ਇਹ ਗੁਰਮਤ ਆਸ਼ਿਸ਼ ਇਸ ਕਿਸਮ ਦੀ ਚੀਜ਼ ਹੈ। ਤੇ ਈਵਨ ਕਈ ਵਾਰੀ ਇਸ ਚੀਜ਼ ਦੇ ਉੱਤੇ ਮਤਲਬ ਕਈਆਂ ਨੂੰ ਇਹ ਮਤਲਬ ਬੜਾ ਅਚੰਭਾ ਵੀ ਹੁੰਦਾ, ਐਵੇਂ ਵੀ ਹੋ ਸਕਦਾ ਹੈ। ਹਾਂ ਭਾਈ, ਇਹਨਾਂ ਸਟੈਂਡਰਡ ਨੂੰ ਫੋਲੋ ਕਰਕੇ ਵੀ ਬੰਦਾ ਜੀਵਨ ਮਾਣ ਸਕਦਾ। ਗੁਰੂ ਬਾਬਾ ਜੀ ਬਿਆਨ ਕਰਦੇ, ਗੁਰ ਸੇਵਾ ਤੇ ਹਰ ਮਨ ਵਸਿਆ, ਫਿਰ ਹਰ ਰਸ ਸਹਿਜ ਪਿਆਵਣਿਆ। ਹਰੀ ਦਾ ਰਸ ਸਹਿਜ ਪਿਆਵਣਿਆ। ਇਹ ਕੋਈ ਇਹ ਤੇ ਨਹੀਂ ਕਿ ਫੋਰਸਫੁਲੀ ਤੁਸੀਂ ਧੱਕੇ ਨਾਲ ਕਿਤੋਂ ਪੀ ਸਕਦੇ ਹੋ ਜਾਂ ਕਿਸੇ ਨੂੰ ਪਿਆ ਸਕਦੇ ਹੈਗੇ ਹੋ। ਇਹ ਸਹਿਜ ਹੈ। ਇਹ ਸਹਿਜ ਮੀਨ ਇੱਕ ਨੈਚੁਰਲ ਪ੍ਰੋਸੈਸ ਵਿੱਚੋਂ ਚੀਜ਼ ਆਉਂਦੀ, ਪਰ ਇਹਦਾ ਰਸ ਹੈ। ਇਹ ਰਸ ਹੈ, ਇਹ ਖੁਸ਼ੀ ਹੈ। ਇਸ ਖੁਸ਼ੀ ਨੂੰ ਜੀਵਿਆ ਜਾ ਸਕਦਾ ਹੈ, ਮਾਣਿਆ ਜਾ ਸਕਦਾ ਹੈ। ਤੇ ਅਸੀਂ ਇਸ ਚੀਜ਼ ਨੂੰ ਗੁਰਮਤ ਆਸ਼ੇ ਵਿੱਚ ਦੇਖਦੇ ਹਾਂ, ਅਹਿਸਾਸ ਤੇ ਹੈਗੇ ਹਾਂ। ਜਿਵੇਂ ਬਾਣੀ ਨੂੰ ਅਸੀਂ ਪੜ੍ਹੀਏ, ਬਾਣੀ ਦੇ ਜਿਹੜੇ ਮਹਾਂਪੁਰਖ ਬੈਠੇ, ਭਗਤ ਸਾਹਿਬਾਨ ਬੈਠੇ, ਉਹਨਾਂ ਨੂੰ ਦੇਖੋਗੇ ਤੁਸੀਂ। ਹੁਣ ਦੇਖੋ, ਮਾਇਆ ਦੀ ਵਡਿਆਈ ਕਿਹਨੂੰ ਖੁਸ਼ੀ ਨਹੀਂ ਦਿੰਦੀ, ਮਾਇਆ ਦੀ ਚੜ੍ਹਤ ਕਿਹਨੂੰ ਖੁਸ਼ੀ ਨਹੀਂ ਦਿੰਦੀ। ਪਰ ਬਾਬਾ ਜੀ ਬਾਣੀ 'ਚ ਬਚਨ ਪੈਂਦੇ, ਰਵਿਦਾਸ ਢੋਹੰਦਾ ਢੋਰ ਨੀਤ ਤਿਨ ਤਿਆਗੀ ਮਾਇਆ। ਉਹਨਾਂ ਨੇ ਮਾਇਆ ਤਿਆਗ ਦਿੱਤੀ। ਹੁਣ ਮਾਇਆ ਤਿਆਗਣ ਦਾ ਮਤਲਬ ਕੀ? ਇਹਦੇ 'ਚ ਉਹ ਬਿਰਤੀ ਨਹੀਂ ਰੱਖੀ ਜਿਸ ਬਿਰਤੀ ਦੇ ਅੰਦਰ ਮਤਲਬ ਇਤਨੀ ਜ਼ਿਆਦਾ ਉਸ ਨੂੰ ਉਹੀ ਇੰਟਰਟੇਨ ਕਰੀ ਜਾਂਦੀ, ਉਹ ਖੁਸ਼ੀ ਦਿੰਦੀ ਨਾ। ਜੇ ਇਹ ਚੀਜ਼ ਹੁੰਦੀ, ਜੇ ਆਪਾਂ ਉਥਾਨਕਾ ਪੜ੍ਹੀਏ, ਮੈਂ ਨਿਊਯਾਰਕ ਸੀਗਾ, ਖਾਸ ਕਰਕੇ ਭਗਤ ਰਵਿਦਾਸ ਤੇ ਜਿਹੜਾ ਹੈਗਾ ਆ ਸਮਾਜ ਦਾ ਉਹ ਹਿੱਸਾ ਜਿਹੜਾ ਕਹਿੰਦਾ ਕਿ ਅਸੀਂ ਉਹਨਾਂ ਨੂੰ ਆਪਣੇ ਤੌਰ ਤੇ ਆਪਣਾ ਆਗੂ ਮੰਨਦੇ ਹਾਂ, ਈਵਨ ਗੁਰੂਸ਼ਿਪ ਤੱਕ ਵੀ ਜਾਂਦੇ ਉਹਨਾਂ ਦੇ ਨਾਲ। And they were asking me, please, actually, because we haven't read anything about much Bhagat Ravidas ji, ਤੁਸੀਂ ਕੋਈ ਸਾਨੂੰ ਉਹਨਾਂ ਦੀ ਹਿਸਟਰੀ ਜੋ ਕੁਝ ਚੀਜ਼ਾਂ ਬਿਆਨ ਕਰਕੇ ਸੁਣਾਓ। ਤੇ ਉਹ ਮੈਂ ਕਿਹਾ ਗੱਲ ਇਹ ਹੈ ਕਿ ਦੋ ਚੀਜ਼ਾਂ ਨੇ। ਇੱਕ ਤੇ ਇਹ ਹੈਗਾ ਕਿ ਜਿਹੜਾ ਦੁਨੀਆ ਤੇ ਇਤਿਹਾਸ ਲਿਖਿਆ ਹੈਗਾ, ਇਹ ਲਿਖਿਆ ਹੈਗਾ ਸ਼ਿਕਾਰੀਆਂ ਦੀ ਨਜ਼ਰ ਨਾਲ। ਜਿੱਦਣ ਸ਼ੇਰਾਂ ਦੀ ਨਜ਼ਰ ਨਾਲ ਲਿਖਿਆ ਜਾਏਗਾ, ਉਦੋਂ ਇਤਿਹਾਸ ਵੱਖਰਾ ਹੋਏਗਾ। ਕਿਉਂਕਿ ਇਹ ਉਹ ਹਸਤੀਆਂ ਨੇ ਜਿਨ੍ਹਾਂ ਕੋਲ ਨਾ ਤੇ ਰਿਸੋਰਸਸ ਸੀਗੇ, ਨਾ ਕੁਝ ਪਿੱਛੇ ਜਮਾਤਾਂ ਸੀਗੀਆਂ। ਇਸ ਕਰਕੇ ਇਹਨਾਂ ਬਾਰੇ ਕੌਣ ਲਿਖਣਗੇ? ਮੁਗਲ ਲਿਖਣਗੇ ਜਾਂ ਫਿਰ ਪਾਂਡਵਈਆਂ ਪਾਂਡੇ ਲਿਖਣਗੇ, ਭੱਟਵਈਆਂ ਉਹ ਲਿਖਣਗੇ? ਨੋ, ਉਹਨਾਂ ਬਾਰੇ ਤਾਂ ਕੋਈ ਵੀ ਲਿਖੇਗਾ। ਹਾਂ, ਜਿਹੜੀ ਗੁਰੂ ਸਾਹਿਬ ਦੀ ਆਪ ਹੈ, ਉਦੋਂ ਗੁਰੂ ਸਾਹਿਬ ਨੇ ਕਮਿਊਨਿਟੀ ਬਿਲਡ ਕੀਤੀ ਹੈ, ਸਮਾਜ, ਇੱਕ ਮਤਲਬ ਇੱਕ ਲੀਹ ਪਾ ਦਿੱਤੀ ਹੈ। ਫਿਰ ਉਸ ਲੀਹ ਦੇ ਉੱਤੇ ਚੱਲਦਿਆਂ ਹੋਇਆਂ ਉਹ ਹਿਸਟਰੀ ਸਾਨੂੰ ਐਵੀਡੈਂਸ ਲੈਵਲ ਤੇ ਥੋੜੀ ਬਹੁਤੀ ਪ੍ਰਾਪਤ ਹੋਈ। ਹੁਣ ਬਾਤ ਹੋਈ ਉਹਨਾਂ ਦੇ ਵਿੱਚ, ਉਸ ਰੂਪ ਵਿੱਚ ਬਾਤ ਕਰਦੇ ਹਾਂ। ਤੇ ਤਵਾਰੀਖ ਇਹ ਕਹਿੰਦੀ ਹੈ ਕਿ ਮੇਵਾਤ ਦੀ ਰਾਣੀ, ਉਹ ਹੁਣ ਰਾਣੀ ਬਣ ਕੇ ਜੀਵਨ ਜੀਆ, ਤੇ ਉਹ ਸਾਰਾ ਕੁਝ ਉਹਨੇ ਦੇਖ ਦਿਖਾ ਲਿਆ ਰਾਜ ਘਰਾਣੇ 'ਚ ਰਹਿੰਦਿਆਂ ਹੋਇਆਂ। ਤੇ ਉਹਨੂੰ ਲੱਗਾ ਕਿ ਨਹੀਂ, ਜੀਵਨ ਦਾ ਕੋਈ ਹਾਇਰ ਪਰਪਸ ਵੀ ਹੋਏਗਾ। ਆਪਾਂ ਉਹਨੂੰ ਫਾਈਂਡ ਆਊਟ ਕਰਦੇ ਆ, ਕਿਉਂਕਿ ਅਕਸਰ ਧਾਰਮਿਕ ਸਥਾਨਾਂ ਤੋਂ ਉਹਨਾਂ ਦੇ ਕੋਲ ਲੋਕ ਜਾਂਦੇ ਦਾਨ ਦਖਣਾ ਲੈਣ ਵਾਸਤੇ। ਉਹ ਬਨਾਰਸ ਆ ਗਏ। ਉਹਨੇ ਕਿਹਾ ਇੱਥੇ ਆ ਕੇ ਮੈਂ ਜਿਹੜਾ ਆ ਇੱਥੋਂ ਕੁਝ ਜਿਹੜਾ ਹੈਗਾ ਗਿਆਨ ਪ੍ਰਾਪਤ ਕਰਦੀ ਹਾਂ। ਜਦੋਂ ਉੱਥੇ ਆਈ ਤਾਂ ਉੱਥੇ ਉਹਨੇ ਦੇਖਿਆ ਕਿ ਪਾਂਡੇ ਤੇ ਇਸ ਤੋਂ ਵੀ ਜ਼ਿਆਦਾ ਪੇਤਲੇ ਨੇ, ਮਤਲਬ ਉਹ ਤੇ ਰਾਣੀ ਦੀ ਝੋਲੀ ਚੁਕਾਈ ਕਰੀ ਜਾਂਦੇ ਨੇ ਅੱਗੇ ਪਿੱਛੇ ਇਸ ਤਰੀਕੇ ਨਾਲ। ਉਹਨੂੰ ਅਹਿਸਾਸ ਹੋਇਆ ਬਸ ਕੁਛ ਨਹੀਂ, ਇਹ ਤੇ ਸਭ ਹਿਪੋਕ੍ਰੇਸੀ ਹੈ, ਪਖੰਡ ਹੈ। ਖੈਰ, ਉਹ ਨਿਰਾਸ਼ ਹੋ ਕੇ ਵਾਪਸ ਚੱਲੀ। ਜਦੋਂ ਵਾਪਸ ਚੱਲੀ ਤੇ ਕਿਸੇ ਨੇ ਕਿਹਾ, ਰਾਣੀ ਗੱਲ ਇਹ ਹੈ ਵੀ ਸੱਚ ਵੀ ਹੈ ਤੇ ਧਰਮ ਵੀ ਹੈ, ਪਰ ਅਨਫੋਰਚੂਨੇਟਲੀ ਤੈਨੂੰ ਨਹੀਂ ਪ੍ਰਾਪਤ ਹੋ ਸਕਦਾ। ਉਹ ਕਹਿੰਦੀ, ਉਹ ਕਿਉਂ? ਉਹ ਕਹਿੰਦਾ ਇਸ ਕਰਕੇ ਕਿਉਂਕਿ ਜਿਵੇਂ ਕੌਲ ਦਾ ਫੁੱਲ ਚਿੱਕੜ 'ਚ ਖਿੜਦਾ ਆ, ਹੈ ਨਾ ਇਹੋ ਜਿਹੀਆਂ ਰੂਹਾਂ ਜਿਨ੍ਹਾਂ ਕੋਲ ਕੁਝ ਸੱਚ ਹੈ ਪਰ ਉਹ ਇੱਥੇ ਨਹੀਂ ਹੈ। ਉਹ ਕਹਿੰਦੀ ਨਹੀਂ, ਮੈਂ ਚਿੱਕੜ 'ਚ ਜਾਣ ਲਈ ਤਿਆਰ ਹਾਂ। ਕਹਿੰਦੇ ਪੱਕੀ? ਕਹਿੰਦਾ ਹਾਂ। ਕਹਿੰਦੇ ਫਿਰ ਉਹਨਾਂ ਬਸਤੀ ਜਿਹੜੀ ਹੈ ਜਿੱਥੇ ਤੇ ਪਰਛਾਵਾਂ ਪੈਣ ਨਾਲ ਤੁਹਾਡਾ ਸਮਾਜ ਪਿੱਟ ਜਾਂਦਾ, ਉੱਥੇ ਜਾ। ਭਗਤ ਰਵਿਦਾਸ ਜੀ ਦਾ ਪਤਾ ਦਿੱਤਾ, ਉੱਥੇ ਜਾ। ਚਲੀ ਗਈ ਤੇ ਜਾ ਕੇ ਦੇਖਿਆ, ਡੈਫੀਨੇਟਲੀ ਬਸਤੀ 'ਚੋਂ ਪਹਿਲੀ ਵਾਰੀ ਗਈ ਹੋਏਗੀ ਉਹੋ ਜਿਹੀ 'ਚ। ਉਹਨੇ ਜਾ ਕੇ ਦੇਖਿਆ ਗੁਰਬਤ ਦੇ ਮਾਰੇ ਹੋਏ ਲੋਕ, ਇਹ ਸਭ ਚੀਜ਼ਾਂ ਦੇ ਵਿੱਚ ਜਾ ਕੇ ਉਹਨੇ ਭਗਤ ਰਵਿਦਾਸ ਨੂੰ ਦੇਖਿਆ ਤੇ ਜਾ ਕੇ ਦੇਖਿਆ ਕਿ ਉਹ ਚਮੜੇ ਦੀ ਕਾਰ ਕਰ ਰਹੇ ਨੇ। ਜਿਹੜੀ ਮਰਿਆ ਹੋਇਆ ਪਸ਼ੂ ਹੁੰਦਾ ਆ, ਜਿਹੜੀ ਉਹਦੀ ਡੈਡ ਸਕਿਨ ਹੁੰਦੀ ਹੈ, ਉਸ ਨੂੰ ਸਾਫ਼ ਕਰ ਰਹੇ ਨੇ ਇਸ ਤਰੀਕੇ ਦੇ ਨਾਲ। ਡੈਫੀਨੇਟਲੀ ਬੋ ਦਾ ਸਾਰਾ ਉੱਥੇ ਜਿਹੜੀ ਹੈਗੀ ਹੈ, ਬੈਡ ਸਮੈਲ ਆ ਰਹੀ ਹੈ, ਬਦਬੂ ਆ ਰਹੀ ਹੈ ਸਾਰੀ। ਉਹਨੂੰ ਮਹਿਸੂਸ ਹੋਇਆ ਵੀ ਇਹ ਤੇ ਕਿਸੇ ਨੇ ਭੁਲੇਖਾ ਖਾ ਗਏ। ਇਹਨੂੰ ਵਿਚਾਰੇ ਨੂੰ ਕੀ ਪਤਾ ਕਿ ਸ਼ਾਸਤਰ ਗਿਆਨ ਤੇ ਸਭ ਚੀਜ਼ਾਂ ਕੀ ਹੁੰਦੀਆਂ ਨੇ। ਹੁਣ ਕੀ ਕੀਤਾ ਜਾਏ? ਰਾਣੀ ਕਿਤੇ ਉੱਥੇ ਤੱਕ ਆਈ ਆ, ਅਲਟੀਮੇਟਲੀ ਰਾਣੀ ਹੈ, ਪਰਖ ਕਰਕੇ ਜਾਵਾਂਗੇ, ਐਵੇਂ ਥੋੜਾ ਜਾਵਾਂਗੇ। ਉਹਨੇ ਹੋਰ ਤੇ ਕੁਛ ਨਾ ਕੀਤਾ, ਆਪਣੇ ਸਾਰੇ ਗਹਿਣੇ ਗੱਟੇ ਲਾਏ, ਟੋਟਲੀ ਟੂ ਜੀ ਹਾਰ ਸ਼ਿੰਗਾਰ,
ਤੇ ਭਗਤ ਰਵਿਦਾਸ ਜੀ ਦੇ ਜਾ ਕੇ ਪੈਰਾਂ ਤੇ ਰੱਖਦਾ ਤੇ ਨਾਲ ਮੱਥਾ ਟੇਕਦਾ। ਭਗਤ ਜੀ ਅਹਿਸਾਸ ਗਏ ਵੀ ਹੈ ਤੇ ਜਗਿਆਸੂ ਤੇ ਪਰ ਕਿਸੇ ਪਰਖ 'ਚ ਆਈ ਹੈ ਜਾਂ ਆਪਣੀ ਕੋ ਮਨੋਗੇ। ਗੁਰੂ ਸਾਹਿਬ ਨੇ ਐਵੇਂ ਨਹੀਂ ਲਿਖਿਆ ਰਵਿਦਾਸ ਟੋਹੰਤਾ ਢੋਰ ਨਹੀਂ ਤੇ ਤੈਨੂੰ ਤਿਆਗੀ ਮਾਇਆ। ਭਗਤ ਜੀ ਹੱਸ ਪਏ, ਹੱਸ ਕੇ ਕਹਿਣ ਲੱਗੇ ਕਿ ਰਾਣੀ ਸਾਹਿਬਾ ਆ ਕੀ ਕਰ ਰਹੀ ਹੈ? ਕਹਿਣ ਲੱਗੀ ਜੀ ਆ ਗਹਿਣੇ ਭੇਟਾ 'ਚ। ਕਹਿੰਦੇ ਗੱਲ ਇਹ ਹੈ ਇਹ ਗਹਿਣੇ ਮੇਰੇ ਕਿਸੇ ਕੰਮ ਤਾਂ ਆਉਣ ਜੇ ਮੈਂ ਪਾਣੇ ਹੋਣ ਤੇ ਮੈਂ ਤੇ ਪਾਣੇ ਨਹੀਂਗੇ, ਇਹ ਤੇ ਲੇਡੀਜ਼ ਨੇ ਪਾਉਣੇ, ਤੁਸੀਂ ਪਾਓ, ਤੁਹਾਡੇ ਪਾਣ ਦੀ ਚੀਜ਼ ਆ। ਉਹ ਕਹਿੰਦੀ ਨਹੀਂ ਅਸਲੇ ਤੁਸੀਂ ਸਮਝੇ ਨਹੀਂ, ਇਹਦੀ ਵੈਲਿਊ ਬਹੁਤ ਹੈ, ਇਹਨੂੰ ਵੇਚ ਲਏ ਇਸ ਰੂਪ ਦੇ ਵਿੱਚ। ਉਹ ਕਹਿੰਦੇ ਰਾਣੀ ਇਹਦੀ ਕੋਈ ਮੇਰੇ ਮਨ 'ਚ ਖਾਸ਼ ਨਹੀਂ ਹੈ। ਉਹਨੂੰ ਅਹਿਸਾਸ ਹੋਇਆ ਮਾਈ ਗੁੱਡਨੈਸ, ਵਾਕਿਆ 'ਚ ਇਹ ਕੰਟੈਂਟਮੈਂਟ ਹੈ। ਰਸ ਸਿਰਫ ਤੇ ਸਿਰਫ ਦੁਨੀਆ ਭੋਗਣ ਵਿੱਚ ਨਹੀਂ, ਦੁਨੀਆ ਮਾਨਣ ਵਿੱਚ ਨਹੀਂ, ਦੁਨੀਆ ਨੂੰ ਕਿਸੇ ਕਲਾਵੇ ਵਿੱਚ ਲੈਣ ਵਿੱਚ ਨਹੀਂ। ਰਸ ਹੈ ਇਸ ਰੰਗ ਤੰਬੂ ਵਿੱਚ ਜਿਹੜਾ ਹੈਗਾ ਆਬਜ਼ਰਵ ਕਰਨ ਦੇ ਵਿੱਚ। ਇਹਦੇ ਨਾਲ ਸੰਸਾਰ ਸਾਡਾ ਮਰ ਨਹੀਂ ਜਾਏਗਾ, ਨਾ ਸੰਸਾਰ ਖਤਮ ਹੋ ਜਾਏਗਾ। ਸਾਡੀ ਜਿਹੜੀ ਇੱਕ ਅਨਲਿਮਿਟਿਡ ਪਕੜ ਹੈ ਇਹਦੇ ਨਾਲ, ਉਹ ਛੁੱਟ ਜਾਏਗੀ। ਇਹ ਰਸ ਹੈ। ਗੁਰੂ ਬਾਬਾ ਜੀ ਕਹਿੰਦੇ ਜਿੱਥੇ ਬੰਦੇ ਨੇ ਹਾ ਕਰਤ ਬਿਹਾਨੀ ਅਵਧੈ ਤਾਂ ਮੈਂ ਸੰਤੋਖ ਨਾ ਪਾਇਆ। ਜੇ ਬੰਦਾ ਇਸੇ ਚੀਜ਼ 'ਚ ਹਾਏ ਮਰ ਗਏ ਕਰਦੇ ਜੀਵਨ ਜੀਏਗਾ, ਫਿਰ ਸੰਤੋਖ ਨਹੀਂ ਆਏਗਾ। ਤੇ ਬਿਨਾਂ ਸੰਤੋਖ ਨਹੀਂ ਕੋਈ ਰਾਜ ਹੈ। ਉਹਦੇ ਤੋਂ ਬਿਨਾਂ ਰੱਜ ਨਹੀਂ ਆਉਂਦਾ, ਫਿਰ ਰਸ ਕਿੱਥੋਂ ਆਏ? ਦੇਖੋ ਲੂਣਾ ਖਾਦਾ, ਮਿੱਠਾ ਖਾਦਾ, ਹਰ ਤਰ੍ਹਾਂ ਦਾ ਪਦਾਰਥ ਖਾਦਾ, ਰਸ ਨਹੀਂ ਆਇਆ। ਫਿਰ ਉਹ ਪੀਣ ਤੇ ਖਾਣ ਲੱਗ ਗਿਆ ਬੰਦਾ ਜਿਹੜਾ ਜ਼ਹਿਰ ਹੈ, ਕੌੜਾ। ਅਲਕੋਹਲ ਜਿਹੜਾ ਐਥਨਲ ਕੈਮੀਕਲ ਆ, ਕੌੜਾ ਆ। ਸਾਡਾ ਆ ਸਿਸਟਮ ਉਹਨੂੰ ਐਕਸੈਪਟ ਨਹੀਂ ਕਰਦਾ। ਇਸ ਨੂੰ ਜਿਹੜਾ ਹੈਗਾ ਆ ਇਹ ਸੈਂਸਰਸ ਨੂੰ ਫੇਲ ਕਰਨ ਵਾਸਤੇ ਉਹਦੇ 'ਚ ਪਾਣੀ ਪਾਉਂਦੇ, ਸੋਡਾ ਪਾਉਂਦੇ, ਬਹੁਤ ਕੁਝ ਪਾਉਂਦੇ। ਮਤਲਬ ਬੰਦਾ ਉਸ ਲੈਵਲ ਤੇ ਰਸ ਕਿਉਂਕਿ ਰਸ ਮਾਨਣਾ ਚਾਹੁੰਦਾ। ਜੇ ਆਪਾਂ ਓਪੀਐਮ ਦੇ ਵਿੱਚੋਂ ਆਈ ਹੋਈ ਸਾਰੀ ਉਹ ਭਾਵੇਂ ਸਮੈਕ ਆ ਤੇ ਹੀਰੋਇਨ ਤੱਕ ਲੈ ਆਈਓ, ਕਿ ਮੇਰੀ ਤੇ ਸਟੱਡੀ ਦਾ ਪਾਰਟ ਹੈ ਸਾਰਾ ਜ਼ਹਿਰ ਆ। ਕੋਕਾ ਫੈਮਿਲੀ ਜਿਹਚੋਂ ਕੋਕੇਨ ਆਉਂਦੀ ਹੈਗੀ, ਉਹਦੇ ਚੋਂ ਲੈ ਆਓ, ਸਾਰਾ ਜ਼ਹਿਰ ਆ। ਬੰਦੇ ਖਾ ਰਹੇ ਰਸ, ਕਿਉਂਕਿ ਜੀਵਨ ਦੇ ਕਿਸੇ ਰਸ ਨੂੰ ਮਾਨਣਾ ਆ। ਇਨ ਬਿਨ ਸਮਾਜ ਸੰਸਾਰ ਦੇ ਚ ਹੋਰ ਬਹੁਤ ਸਾਰੀਆਂ ਐਕਸਰਸਾਈਜ਼ਸ ਨੇ। ਗੁਰੂ ਬਾਬਾ ਜੀ ਕਹਿੰਦੇ ਮੈਂ ਤੈਨੂੰ ਰਸ ਦੇ ਰਿਹਾ, ਗੁਰੂ ਸੇਵਾ, ਗੁਰੂ ਉਪਦੇਸ਼ ਨੂੰ ਅਡਾਪਟ ਕਰ, ਪਾਲ ਕੇ ਦੇਖ, ਹਰੀ ਨੂੰ ਅਹਿਸਾਸ ਵਿੱਚ ਲੈ ਕੇ ਆ। ਰੱਬ ਦਾ ਦਿੱਤਾ ਜੀਵਨ ਆ, ਉਹਦੇ ਆਸ਼ੇ ਮੁਤਾਬਕ ਜੀਣਾ, ਉਹਦੇ ਆਸ਼ੇ ਮੁਤਾਬਕ ਲੈਣਾ ਹੈਗਾ ਆ ਇਸ ਰੂਪ ਦੇ ਅੰਦਰ। ਤੇ ਫਿਰ ਇਹ ਹੋਏਗਾ ਕਿ ਤੇਰੇ ਇਸ ਜੀਵਨ ਵਿੱਚ ਇੱਕ ਰਸ ਆਏਗਾ ਜਿਹੜਾ ਰਸ ਕਿਸੇ ਹੋਰ ਚੀਜ਼ ਨਾਲ ਰਿਪਲੇਸ ਨਹੀਂ ਹੁੰਦਾ। ਇਸ ਰਸ ਦੇ ਵਿੱਚ ਤੁਰਿਆ ਹੋਇਆ ਬੰਦਾ ਜ਼ਿੰਦਗੀ ਦੀ ਮੰਜ਼ਿਲ ਨੂੰ ਸਹਿਜੇ ਪੂਰਿਆ ਕਰਦਾ ਆਪਣੇ ਉਸ ਇਮਤਦਾਦ ਤੱਕ। ਇੱਥੇ ਜਾ ਕੇ ਫਿਰ ਸਿੱਖ ਜੀਵਨ ਮੁਕਤ ਹੋ ਜਾਂਦਾ, ਨਾ ਉਹ ਸਵਰਗ ਜਾਂਦਾ, ਨਾ ਉਹ ਨਰਕ ਜਾਂਦਾ, ਨਾ ਕੁਛ। ਇਹ ਹੈ ਕਿ ਜੀਵਨ ਦੀ ਜਿਹੜੀ ਹੈ ਲੀਲਾ ਇੱਕ ਥਾਂ ਤੇ ਜਾ ਕੇ, ਜਿਵੇਂ ਜਿਹਨੂੰ ਕਿਹਾ ਕਿ ਜਿਹੜਾ ਹੈਗਾ ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਅਕਾਊਂਟ ਸੈਟਲ ਹੋ ਗਿਆ ਸਾਰਾ। ਇਹਦੀ ਬਾਤ ਇਹ ਸਾਰੇ ਸ਼ਬਦ ਵਿੱਚ ਆ, ਜਿਹਦੀ ਵਿਚਾਰ ਆਉਂਦੇ ਸਮੇਂ 'ਚ ਪਤਾ ਕਰਾਂਗੇ। ਅੱਜ ਵਾਸਤੇ ਉਹ ਵੀ ਸਮਾਂ ਸਮਾਪਤ ਆ। ਇੱਥੇ ਹੀ ਭੁੱਲਾਂ ਗਲਤੀਆਂ ਦੀ ਮਾਫੀ। ਸਮੂਹ ਸੰਗਤ ਸਭ ਪ੍ਰੇਮ ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।